ਨਾ ਫਿਰਦਾ ਤੇ ਪਰ ਮਰ ਕਹਿੰਦੇ ਦਰਗੇ ਲੇਖਾ ਮੰਗੀਐ ਕਿਸ ਕਿਸ ਉਤਰ ਦਿਓ। ਜਿੱਥੋਂ ਜਿੱਥੋਂ ਮੰਗ ਕੇ ਲਿਆ ਉੱਥੇ ਲੇਖਾ ਦੇਣਾ ਪੈਣਾ ਹੈ। ਤੇ ਸਿੱਖ ਨੂੰ ਕੋਈ ਹਦਾਇਤ ਨਹੀਂ ਕਿ ਘਰ ਘਰ ਤੋਂ ਮੰਗ ਕੇ ਲਿਆਵੇ। ਨਾ ਨਾ, ਉਹ ਕਹਿ ਰਿਹਾ ਸੀ ਤੁਸੀਂ ਜਦੋਂ ਲੋਕਾਂ ਦੇ ਘਰਾਂ 'ਚ ਜਾਂਦੇ ਹੋ ਮੰਗਣ ਤੇ ਸਤਨਾਮ ਕਹਿੰਦੇ ਹੋ, ਲੋਕਾਂ ਨੂੰ ਜਗਾਉਂਦੇ ਹੋ ਤੇ ਬਹੁਤ ਵੱਡਾ ਕੰਮ ਤੁਸੀਂ ਕਰਦੇ ਹੋ, ਗਰਾਹੀਆਂ ਕਰਦੇ ਹੋ, ਗਰਾਹੀਆਂ ਕਰਕੇ ਹਜੂਰ ਸਾਹਿਬ ਲੈ ਕੇ ਆਉਂਦੇ ਹੋ, ਬੜਾ ਵੱਡਾ ਕੰਮ ਕਰਦੇ ਹੋ ਤੁਸੀਂ। ਉੱਥੇ ਪ੍ਰਚਾਰ ਕਰਨ ਲਿਆ ਨਰਿੰਦਰ ਸਿੰਘ। ਨਹੀਂ 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 ਭਾਈ, ਸਿੱਖ ਨੇ ਆਪਣੀ ਕਿਰਤ ਬਿਰਤ ਕਰਨੀ, ਮੰਗਣਾ ਨਹੀਂ ਹੈ। ਮਰ ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚੇਨ ਹੈ। ਕੋਈ ਸੁਹਾਗਵੰਤੀ ਹੋ ਗਈ ਆ ਤੇ ਉਹਦੀ ਨਿਸ਼ਾਨੀ ਕੀ ਆ? ਅੰਦਰ ਸੱਚ ਕੁਝ ਵੀ ਹੋ ਜੇ ਉਹਦੀ ਜ਼ੁਬਾਨ ਤੇ ਝੂਠ ਨਹੀਂ ਆਵੇਗਾ। ਸੱਚ ਬੋਲੀਏ, ਸੱਚ ਧਰਮ। ਸੱਚ ਬੋਲਣਾ ਹੀ ਧਰਮ ਆ ਕਿ ਉਹ ਕੋਈ ਕਿਰਪਾਨਾਂ ਫੜਨਾ ਵੀ ਧਰਮ ਹੁੰਦਾ ਹੈ। ਲੋਕਾਂ ਨੂੰ ਕੁੱਟਣਾ, ਮਾਰਨਾ, ਡਰਾਉਣਾ, ਇਹ ਸਾਡੇ ਬਾਬੇ ਕੋਲ ਲੋਕੀ ਡਰਦੇ ਸੀ। ਬਾਬਿਆਂ ਕੋ ਦੁਨੀਆ ਨਹੀਂ ਡਰਦੀ ਹੁੰਦੀ, ਡਰਦੀ ਹੁੰਦੀ ਚੋਰਾਂ ਕੋ ਦੁਨੀਆ। ਮਹਾਰਾਜ ਗੁਰੂ ਤੇਗ ਬਹਾਦਰ ਨੇ ਕਿਹਾ, ਪੈ ਕਾਹੂ ਕੋ ਦੇਤ ਨੇ ਨੈ ਪੈਮਾਨ ਧਿਆਨ। ਜਿਹੜਾ ਡਰਦਾ ਹੈ ਜਾਂ ਡਰਾਉਂਦਾ ਹੈ, ਪੈ ਕਾਹੂ ਕੋ ਦੇਤ ਨੇ ਨੈ ਪੈਮਾਨ ਧਿਆਨ। ਕਉ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ। ਸੰਤ ਮਹਾਂਪੁਰਖ ਗੁਰੂ ਗਿਆਨੀ ਉਹ ਵਾ ਜਿਹਦੇ ਕੋਲੋਂ ਕਿਸੇ ਨੂੰ ਡਰ ਨਾ ਲੱਗੇ। ਡਰ ਤਾਂ ਦੁਸ਼ਟਾਂ ਕੋਲੋਂ ਲੱਗਦਾ ਹੁੰਦਾ ਹੈ। ਕੋਈ ਗੁਰੂ ਨਾਨਕ ਕੋ ਡਰਿਆ? ਕੋਈ ਗੁਰੂ ਗੋਬਿੰਦ ਸਿੰਘ ਕੋ ਕੋਈ ਡਰਦਾ ਸੀ? ਜਦੋਂ ਕੋਈ ਗੁਰੂ ਗੋਬਿੰਦ ਸਿੰਘ ਦੇ ਕੋਲ ਆਉਂਦਾ ਸੀ ਕੋਈ ਡਰਦਾ ਸੀ? ਜਦੋਂ ਕੋਈ ਛੇਵੇਂ ਪਾਤਸ਼ਾਹ ਦੇ ਕੋਲ ਆਉਂਦਾ ਸੀ ਉਹਨਾਂ ਕੋਲ ਡਰ ਲੱਗਦਾ ਸੀ? ਗੁਰੂ ਪੀਰ ਮਹਾਂਪੁਰਖ ਤੇ ਉਹ ਹੁੰਦਾ ਜਿਹਦੀ ਸ਼ਰਨ ਵਿੱਚ ਜਾ ਕੇ ਤੁਹਾਡਾ ਡਰ ਹੀ ਲੱਥ ਜਾਵੇ। ਤੇ ਜੇ ਤੁਸੀਂ ਗੁਰੂ ਪੀਰ ਮਹਾਂਪੁਰਖ ਸੰਤ ਕੋ ਜਾ ਕੇ ਡਰਦੇ ਹੋ ਤੇ ਉਹ ਸੰਤ ਨਹੀਂ ਹੈ। ਪੈ ਕਾਹੂ ਕੋ ਦੇਤ ਨੈ ਨੈ ਪੈਮਾਨ ਧਿਆਨ। ਕਉ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਦੀ ਨਿਸ਼ਾਨੀ ਜਿੱਥੇ ਬੈਠ ਕੇ ਤੁਹਾਡਾ ਡਰ ਹੀ ਲੱਥ ਜਾਵੇ। ਜ਼ਾਲਮਾਂ ਕੋਲੋਂ ਡਰ ਆਉਂਦਾ ਹੈ, ਦੁਸ਼ਟਾਂ ਕੋਲੋਂ ਡਰ ਆਉਂਦਾ ਹੈ, ਸੰਤਾਂ ਦੇ ਕੋਲੋਂ ਪਿਆਰ ਆਉਂਦਾ ਹੈ। ਸੰਤਾਂ ਕੋਲ ਬੈਠ ਕੇ ਤੇ ਬੰਦਾ ਨਿਰਭਉ ਹੋ ਜਾਂਦਾ ਹੈ। ਉਹ ਤੇ ਆਪ ਨਿਰਭਉ ਹੋਏ ਹੁੰਦੇ ਨੇ ਤੇ ਉਹਨਾਂ ਕੋਲ ਬਹਿਣ ਵਾਲੇ ਨਿਰਭਉ ਹੋ ਜਾਂਦੇ ਨੇ, ਉਹਨਾਂ ਡਰ ਹੀ ਕੋਈ ਨਹੀਂ ਹੁੰਦਾ। ਇੱਕ ਐਸਾ ਲੋਕਾਂ ਨੂੰ ਪ੍ਰਚਾਰਿਆ ਜਾਂਦਾ ਹੈ। ਨਾਨਕ ਸੁਹਾਗਣ ਕਾ ਕਿਆ ਚੇਨ ਹੈ। ਅੰਦਰ ਸੱਚ ਮੁਖ ਉਜਲਾ ਖਸਮੇ ਮਾਏ ਸਮਾਏ। ਤੇ ਉਹਦੇ ਵਿੱਚ ਸਮਾ ਗਏ ਨੇ ਉਹ। ਤੇ ਬਾਬੇ ਫਰੀਦ ਨੇ ਇੱਕ ਤੁਕ ਕਹੀ ਆ, ਕਿਉਂਕਿ ਬਾਣੀ ਵਿੱਚ ਨਾ ਬਾਰ-ਬਾਰ ਸੁਹਾਗਣ ਦਾ ਜ਼ਿਕਰ ਆਉਂਦਾ ਹੈ ਤੇ ਬਾਰ-ਬਾਰ ਦੁਹਾਗਣ ਦਾ ਵੀ ਜ਼ਿਕਰ ਆਉਂਦਾ ਹੈ। ਦੁਹਾਗਣੀ ਕਿਆ ਨਿਸ਼ਾਨੀਆਂ। ਜੇ ਸੁਹਾਗਣੀ ਦੀਆਂ ਨਿਸ਼ਾਨੀਆਂ ਨਾ, ਜਿੱਦਾਂ ਬਾਬੇ ਫਰੀਦ ਨੇ ਆਖਿਆ, ਟੁੰਡਿਆਂ ਦੀਏ ਸੁਹਾਗ ਕੂ ਤੂੰ ਲੱਭਦੀ ਫਿਰਦੀ ਆ, ਤੈਨੂੰ ਮਿਲਿਆ ਨਹੀਂ ਆ, ਆਪਣੀ ਕਮਜ਼ੋਰੀ ਦੂਰ ਕਰ। ਉਹ ਮਿਲ ਪੈਂਦਾ ਹੈ ਜਦੋਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਨੇ। ਟੁੰਡਿਆਂ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ। ਤੇਰੇ ਸਰੀਰ ਵਿੱਚ ਕੋਈ ਕਮਜ਼ੋਰੀ ਆ। ਹੋ ਸਕਦਾ ਤੂੰ ਲੋਭ ਨੇ ਤੈਨੂੰ ਵਿਗਾੜਿਆ ਹੋਵੇ, ਹੋ ਸਕਦਾ ਤੈਨੂੰ ਕ੍ਰੋਧ ਨੇ ਮਾਰਿਆ ਹੋਵੇ। ਤੂੰ ਦੂਰ ਕਰ ਬੁਰਾਈਆਂ ਆਪਣੀਆਂ। ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਉਹ ਤੇ ਦੂਜੇ ਪਾਸੇ ਝਾਕਦੀਆਂ ਹੀ ਨਹੀਂ, ਉਹ ਤੇ ਦੂਜੇ ਪਾਸੇ ਦੇਖਦੀਆਂ ਹੀ ਨਹੀਂ ਸੁਹਾਗਣੀ ਦੀ। ਜੇ ਦੇਖਦੀਆਂ ਵਾ ਉਹ ਸੁਹਾਗਣੀਆਂ ਨਹੀਂ ਹੁੰਦੀਆਂ। ਤੇ ਬਾਬੇ ਫਰੀਦ ਦੇ ਨਾਲ ਇਹ ਅਵਸਥਾ ਬਣ ਗਈ, ਕਿਉਂਕਿ ਮਹਾਂਪੁਰਖਾਂ ਨੂੰ ਇਹ ਨਾ, ਜਿਸ ਤਰ੍ਹਾਂ ਇੱਕ ਇਸਤਰੀ ਦਾ ਤੇ ਮਰਦ ਦਾ ਮਿਲਣ ਹੁੰਦਾ ਹੈ ਨਾ, ਇਸੇ ਤਰ੍ਹਾਂ ਹੀ ਆਤਮਾ ਤੇ ਪਰਮਾਤਮਾ ਦਾ ਇੱਕ ਮਿਲਣ ਹੁੰਦਾ ਹੈ। ਤੇ ਸੁਹਾਗ ਦਾ ਅਰਥ ਪਤਾ ਕੀ ਆ? ਸੁਹਾਗਣ ਦਾ ਅਰਥ ਕੀ ਹੁੰਦਾ ਹੈ? 100 ਹੈਗਾ, 100 ਮੈਨੇ ਪਤੀ। ਜਿਹਦਾ 100 ਹੈਗਾ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹਦਾ 100 ਨਹੀਂ ਹੈ ਉਹ ਦੁਹਾਗਣ ਨਹੀਂ ਹੈ, ਦੁਹਾਗਣ ਹੋ ਗਈ। ਤੇ ਬਾਬੇ ਫਰੀਦ ਨੂੰ ਵੀ ਜਦੋਂ ਪਰਮੇਸ਼ਰ ਸੁਹਾਗ ਦੇ ਰੂਪ 'ਚ ਮਿਲਿਆ ਤੇ ਕਦੀ ਕਦੀ ਇਸ ਤਰ੍ਹਾਂ ਹੋ ਜਾਂਦਾ ਭਗਤਾਂ ਦੇ ਨਾਲ, ਜਦੋਂ ਵਿਛੋੜਾ ਪੈ ਜਾਂਦਾ, ਸਦਾ ਮਿਲਣ ਨਹੀਂ ਹੁੰਦਾ। ਜਿੱਦਾਂ ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ, ਸੁਪਨੇ ਆਇਆ ਪੀ ਗਿਆ। ਮੈਨੂੰ ਸੁਪਨੇ 'ਚ ਮਿਲਿਆ ਸੀ ਉਹ, ਪੀ ਗਿਆ ਮੈਂ ਜਲ ਭਰਿਆ ਰੋਵੇ। ਆਏ ਨ ਸਕਾਂ ਤੁਝ ਕਨ ਪਿਆਰੇ, ਭੇਜ ਨ ਸਕਾਂ ਕੋਏ। ਔਰ ਸੁਭਾਗੀ ਨੀਂਦੜੀਏ। ਇਹ ਮਿਲਣ ਹੁੰਦਾ ਹੈ। ਇਹ ਨੀਂਦ ਰਾਹੀਂ ਵੀ ਮਿਲਣ ਹੋ ਸਕਦਾ ਹੈ, ਜਾਗਦਿਆਂ ਵੀ ਮਿਲਣ ਹੋ ਸਕਦਾ ਹੈ, ਕਿਸ ਤਰ੍ਹਾਂ ਵੀ ਹੋ ਸਕਦਾ ਹੈ। ਪਰ 90-95% ਸੁੱਤਿਆਂ ਮਿਲਣ ਹੁੰਦਾ ਹੈ।
ਜੋ ਬਾਣੀ ਨੇ ਮੰਨਿਆ, ਜੋ ਮਹਾਂਪੁਰਖਾਂ ਨੇ ਮੰਨਿਆ। ਸੁਪਨੇ ਉੱਭੀ ਪਈ, ਸੁਪਨੇ ਉੱਭੀ ਪਈ, ਗਏ ਉਹ ਕੀ ਨਾ ਅੰਚਲਾ। ਮੈਂ ਸੁਪਨੇ 'ਚ, ਜਿੱਦਾਂ ਭਾਈ ਵੀਰ ਸਿੰਘ ਨੇ ਵੀ ਲਿਖਿਆ, ਸੁਪਨੇ ਵਿੱਚ ਮਿਲੇ ਆਸਾਂ ਨੂੰ, ਅਸਾਂ ਧਾਗ ਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕੁਲਾਈ। ਕਿਉਂਕਿ ਸੁਪਨੇ ਵਿੱਚ ਸੁਰਤ ਜਿਹੜੀ ਸਾਡੀ ਆਜ਼ਾਦ ਹੋ ਜਾਂਦੀ, ਸਰੀਰ ਤੋਂ ਮੁਕਤ ਹੋ ਜਾਂਦੀ ਆ। ਇਹ ਮਾੜੇ ਪਾਸੇ ਵੀ ਤੁਰ ਜਾਂਦੀ ਆ, ਇਹ ਭੋਗਾਂ ਵਾਲੇ ਪਾਸੇ ਵੀ ਤੁਰ ਜਾਂਦੀ ਹੈ ਸੁਪਨੇ 'ਚ ਸੁਰਤ ਸਾਡੀ, ਅਤੇ ਇਹ ਪ੍ਰਭੂ ਵਾਲੇ ਪਾਸੇ ਵੀ ਤੁਰ ਜਾਂਦੀ ਹੈ, ਕਿਉਂਕਿ ਸੁਰਤ ਸਾਡੀ ਆਜ਼ਾਦ ਹੋ ਜਾਂਦੀ ਆ। ਜਿੱਦਾਂ ਕੋਈ ਮਹਾਂਪੁਰਖ ਸੀ ਨਾ, ਮੈਂ ਫਰੀਦੀ ਤੁਕ ਦੇ ਕਰਦਿਆਂ ਵੀ ਜੇ ਸੁਹਾਗਣੀਆਂ ਦੀਆਂ ਨਿਸ਼ਾਨੀਆਂ ਅਤੇ ਦੁਆਗਣੀਆਂ ਦੀਆਂ ਨਿਸ਼ਾਨੀਆਂ। ਕੋਈ ਮਹਾਂਪੁਰਖ ਸੀ ਅਤੇ ਉਹ ਬੰਦਗੀ ਵਾਲੇ ਮਹਾਂਪੁਰਖ ਧਰਤੀ 'ਤੇ ਹੋ ਗੁਜ਼ਰੇ ਨੇ। ਅੱਜ ਤੋਂ 30-35 ਸਾਲ ਪਹਿਲਾਂ ਸਾਧੂ ਮਹਾਤਮਾ ਧਰਤੀ 'ਤੇ ਹੁੰਦੇ ਸੀ, ਹੁਣ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਏ। ਸਾਧਾਂ ਦੇ ਥਾਂ 'ਤੇ ਹੁਣ ਚੋਰ ਬਹਿ ਗਏ ਨੇ। ਚੋਰ ਬੜੇ ਸਿਆਣੇ ਹੁੰਦੇ ਨੇ ਭਾਈ, ਸਾਧਾਂ ਨਾਲੋਂ ਚੋਰ ਸਿਆਣੇ ਹੁੰਦੇ ਨੇ। ਇੱਕ ਕਹਾਣੀ ਸੁਣਾਉਂਦੇ ਹੁੰਦੇ ਬੜੀ ਰੌਚਕ ਜੀ। ਕੋਈ ਵਕੀਲ ਸੀ ਅਤੇ ਉਹ ਸਵੇਰੇ ਇਸ਼ਨਾਨ ਕਰਨ ਦਿਆ ਗੁਸਲਖਾਨੇ 'ਚ, ਬੜੀ ਪੁਰਾਣੀ ਗੱਲ। ਉਦੋਂ ਘੜੀ ਜਾਂ ਵਕੀਲ ਕੋ ਹੁੰਦੀ ਜਾਂ ਜੱਜ ਕੋ ਹੁੰਦੀ, ਪਿੰਡਾਂ 'ਚ ਘੜੀਆਂ ਨਹੀਂ ਸੀ ਹੁੰਦੀਆਂ। ਉਹ ਘੜੀ ਭੁੱਲ ਗਿਆ ਆਪਣੇ ਗੁਸਲਖਾਨੇ 'ਚ, ਚਲ ਗਿਆ ਉੱਥੇ ਵਕੀਲ ਕਚਹਿਰੀ, ਅਤੇ ਉੱਥੇ ਜਾ ਕੇ ਕਹਿੰਦਾ, ਚਾਰ ਅੱਜ ਮੇਰੀ ਘੜੀ ਘਰ ਰਹਿ ਗਈ ਗੁਸਲਖਾਨੇ 'ਚ ਨਹਾਉਂਦਿਆਂ। ਮੈਂ ਕਹਿ ਰਿਹਾ ਵੀ ਸਾਧਾਂ ਨਾਲੋਂ ਚੋਰ ਬੜੇ ਸਿਆਣੇ ਹੁੰਦੇ ਨੇ, ਬੜੇ ਤਰੀਕੇ ਦੇ ਨਾਲ ਚੋਰੀ ਕਰਦੇ ਨੇ। ਉਹ ਕਿਸੇ ਚੋਰ ਨੇ ਸੁਣ ਲਿਆ, ਜਦੋਂ ਵਕੀਲ ਨੇ ਕਿਹਾ ਵੀ ਮੇਰੀ ਘੜੀ ਗੁਸਲਖਾਨੇ 'ਚ ਰਹਿ ਗਈ। ਉਹ ਚੋਰ ਨੇ ਸੁਣ ਲਿਆ ਅਤੇ ਆਖਿਆ ਵੀ ਅੱਜ ਇਹਦੀ ਚੋਰੀ ਹੁਣ ਕਰ ਲੈਣੀ ਆਪੇ ਘੜੀ ਦੀ। ਉਹ ਵਕੀਲ ਦੇ ਘਰ ਆ ਗਿਆ ਚੋਰ, ਅਤੇ ਨਾਲ ਇੱਕ ਮੁਰਗਾ ਲੈ ਆਇਆ। ਅਤੇ ਉਹ ਘਰ ਆਣ ਕੇ ਵਕੀਲ ਦੇ ਕਹਿੰਦਾ ਵੀ ਆਹ ਵਕੀਲ ਸਾਹਿਬ ਨੇ ਮੁਰਗਾ ਭੇਜਿਆ, ਰੱਖ ਲਓ, ਅਤੇ ਉਹਨਾਂ ਦੀ ਘੜੀ ਪਈ ਆ ਬਾਥਰੂਮ 'ਚ, ਉਹ ਮੈਨੂੰ ਦੇ ਦਿਓ। ਚੋਰ ਘੜੀ ਲੈ ਗਿਆ, ਮੁਰਗਾ ਦੇ ਗਿਆ। ਉਹ ਸ਼ਾਮਾਂ ਨੂੰ ਜਦੋਂ ਵਕੀਲ ਘਰ ਆਇਆ ਅਤੇ ਉਹ ਆਖਿਆ ਵੀ ਘੜੀ ਇੱਥੇ ਰਹਿ ਗਈ। ਕਹਿੰਦੇ ਉਹ ਤਾਂ ਤੁਹਾਂ ਜਿਹੜਾ ਬੰਦਾ ਭੇਜਿਆ ਉਹ ਲੈ ਗਿਆ। ਕਹਿੰਦੇ ਮੈਂ ਤਾਂ ਬੰਦਾ ਕੋਈ ਭੇਜਿਆ ਹੀ ਨਹੀਂ। ਉਹ ਅਗਲੇ ਦਿਨ ਚੋਰ ਫੇਰ ਘਰ ਆ ਗਿਆ, ਸਿਪਾਹੀ ਬਣ ਕੇ ਆ ਗਿਆ, ਅਤੇ ਉਹ ਘੜੀ ਨਾਲ ਲੈ ਆਇਆ। ਵਕੀਲ ਚਲ ਗਿਆ ਡਿਊਟੀ 'ਤੇ। ਚੋਰ ਬੜੇ ਸਿਆਣੇ ਹੁੰਦੇ। ਉਹ ਵਕੀਲ ਚਲ ਗਿਆ ਡਿਊਟੀ 'ਤੇ, ਅਤੇ ਉਹ ਚੋਰ ਘੜੀ ਲੈ ਕੇ ਅਤੇ ਵਕੀਲ ਸਿਪਾਹੀ ਬਣ ਕੇ ਅਤੇ ਭੇਸ ਬਦਲ ਕੇ ਵਕੀਲ ਦੇ ਘਰ ਆ ਗਿਆ। ਅਤੇ ਵਕੀਲ ਦੀ ਘਰ ਦੇ ਕਹਿੰਦਾ ਵੀ ਜਿਹੜੇ ਚੋਰ ਨੇ ਤੁਹਾਡੀ ਘੜੀ ਖੜੀ ਸੀ ਨਾ, ਉਹ ਅਸੀਂ ਚੋਰ ਲੱਭ ਲਿਆ, ਅਤੇ ਆਵੇ ਘੜੀ ਵੀ ਲੱਭ ਲਈ ਆ, ਅਤੇ ਉਹਨੂੰ ਅਦਾਲਤ ਵਿੱਚ ਪੇਸ਼ ਕਰਨਾ। ਅਤੇ ਵਕੀਲ ਸਾਹਿਬ ਕਹਿੰਦੇ ਵੀ ਉਹ ਘਰੋਂ ਮੁਰਗਾ ਵੀ ਲੈ ਆਓ ਅਤੇ ਘੜੀ ਵੀ ਇਕੱਠੀ ਪੇਸ਼ ਕਰ ਦਿੰਦੇ ਆ ਕਚਹਿਰੀ ਦੇ ਵਿੱਚ ਜੱਜ ਦੇ ਸਾਹਮਣੇ। ਇਹ ਚੋਰ ਬੜੇ ਸਿਆਣੇ ਹੁੰਦੇ ਨੇ। ਖੈਰ, ਇਹ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਏ। ਧਰਤੀ ਭਾਰ ਨਾ ਵਿਆਪੀ, ਉਨਕੂ ਲਾਹੂ ਲਾਏ। ਉਹ ਮਹਾਂਪੁਰਖ ਸੀ ਅਤੇ ਸਵੇਰੇ ਬੈਠੇ ਅਤੇ ਚੇਲੇ ਕਹਿੰਦੇ ਬਾਬਾ ਜੀ ਅੱਜ ਤੁਸੀਂ ਬੜੇ ਉਦਾਸ ਹੋ। ਮੈਂ ਕਹਿ ਰਿਹਾ ਸੀ ਇਸ ਧਰਤੀ 'ਤੇ ਕਦੀ ਸਾਧ ਹੋਏ ਨੇ, ਜਿੱਦਾਂ ਉਹ ਭਗਤ ਅਰਦਾਸ ਜੀ ਨੇ ਕਿਹਾ, ਸਾਧੂ ਕੀ ਜੋ ਲੇ ਓਟ, ਬੰਦਿਆ ਤੂੰ ਸਾਧੂ ਦੀ ਸ਼ਰਨ ਗ੍ਰਹਿਣ ਕਰ ਲੈ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਅਤੇ ਜੇ ਸਾਧ ਮਿਲ ਗਿਆ ਰਾਮ ਰਹੀ ਵਰਗਾ, ਤਾਂ ਫਿਰ ਗੁਫਾ 'ਚ ਜੋ ਹੁੰਦਾ ਫਿਰ ਉਹੀ ਹੋਊਗਾ। ਫਿਰ ਜੇ ਸਾਧ ਮਿਲ ਗਿਆ ਉਹ ਨੂਰ ਮਹਿਲੀਆ, ਫਿਰ ਬਰਫ 'ਚ ਲਾਇਆ ਜਿਹਨੂੰ ਚੇਲਿਆਂ ਨੇ। ਉਹ ਮਹਾਂਪੁਰਖ ਬੜੇ ਉਦਾਸ ਬੈਠੇ, ਅਤੇ ਚੇਲੇ ਪੁੱਛਦੇ ਬਾਬਾ ਜੀ ਤੁਸੀਂ ਬੜੇ ਉਦਾਸ ਹੋ, ਕੀ ਗੱਲ ਹੈ? ਕਹਿਣ ਲੱਗੇ ਯਾਰ ਰਾਤੀ ਨਾ ਅਸੀਂ ਗੰਗਾ 'ਤੇ ਇਸ਼ਨਾਨ ਕਰਨ ਗਿਆ, ਸੁੱਤਿਆਂ ਪਿਆਂ ਗੰਗਾ 'ਤੇ ਇਸ਼ਨਾਨ ਕਰਨ ਤੁਰ ਗਏ। ਅਤੇ ਚੇਲੇ ਕਹਿੰਦੇ ਇਹ ਤੋਂ ਵੱਡੀ ਕਿਹੜੀ ਗੱਲ ਆ, ਤੁਸੀਂ ਗੰਗਾ 'ਤੇ ਚਲ ਗਏ ਅਤੇ ਇੱਥੇ ਪੁੰਨ ਕਰ ਗਏ। ਕਹਿੰਦੇ ਸੁੱਤਿਆਂ ਗਏ ਨਾ, ਅਤੇ ਕਹਿੰਦਾ ਜਿਹੜਾ ਅੱਜ ਰਾਤ ਗੰਗਾ 'ਤੇ ਨਹਾਉਂਦਾ ਫਿਰਦਾ ਸੀ ਨਾ ਸੁੱਤਿਆਂ ਮਨ, ਅਤੇ ਕੱਲ੍ਹ ਨੂੰ ਇਹਨੇ ਵੇਸਵਾ ਦੁਆਰੇ ਵੀ ਚਲ ਜਾਣਾ ਵਾ, ਇਹਨੇ ਹੋਰ ਪਾਸੇ ਵੀ ਨਹਾ ਆਉਣਾ ਕਿਤੇ, ਅਤੇ ਇਹ ਨਿੱਜ ਘਰ ਵਿੱਚ ਹੀ ਰਹਿਣਾ। ਮੈਂ ਕਹਿ ਰਿਹਾ ਵੀ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਬਹੁਤਿਆਂ ਨੂੰ ਸੁਪਨੇ ਵਿੱਚ ਮਿਲਣ ਹੁੰਦਾ ਹੈ। ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ, ਕਬ ਪੇਖੂ ਪ੍ਰਭ ਆਪਣਾ ਆਤਮ ਤੇ ਰੰਗ। ਅਤੇ ਬਾਬੇ ਫਰੀਦ ਨੂੰ ਵੀ ਇੱਕ ਦਿਨ ਐਸੀ ਇੱਕ ਰਾਤ ਆਈ ਜਿੱਦਣ ਮਿਲਣ ਨਹੀਂ ਹੋਇਆ ਸੁਪਨੇ ਵਿੱਚ ਵੀ। ਤੁਸੀਂ ਬਾਰ-ਬਾਰ ਜਦੋਂ ਬਾਣੀ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਸੁਪਨੇ ਦਾ ਜ਼ਿਕਰ ਜ਼ਰੂਰ ਆਏਗਾ, ਸੁਪਨੇ 'ਚ ਸਾਨੂੰ ਮਿਲਦਾ ਹੈ ਉਹ।
ਫਰੀਦਾ ਅੱਜ ਨਾ ਸੁੱਤੀ ਕੰਤ ਸਿਉ। ਅੱਜ ਮੈਂ ਰਾਤ ਸੁੱਤੀ, ਨੀਂਦ ਆਈ ਤੇ ਕੰਤ ਦਾ ਮੈਨੂੰ ਮਿਲਣ ਨਹੀਂ ਹੋਇਆ। ਤੇ ਜਦੋਂ ਮਿਲਣ ਨਹੀਂ ਨਾ ਹੁੰਦਾ ਸੁਹਾਗਣ ਦਾ, ਆਪਣਾ ਸਹੁੰ ਦਾ, ਪਤੀ ਦਾ, ਫਿਰ ਹੁੰਦਾ ਕੀ ਆ? ਅੱਜ ਨਾ ਸੁੱਤੀ ਕੰਤ ਸੂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਮੈਂ ਉਹਨਾਂ ਨੂੰ ਪੁੱਛਦੀ ਹਾਂ ਤੁਹਾਡੀਆਂ ਰਾਤਾਂ ਕਿਵੇਂ ਲੰਘ ਜਾਂਦੀਆਂ ਨੇ। ਮੈਨੂੰ ਤੇ ਅੱਜ ਇੱਕ ਰਾਤ ਨਹੀਂ ਉਹਦਾ ਮਿਲਣ ਹੋਇਆ ਤੇ ਮੈਂ ਸਾਰੀ ਰਾਤ ਤੜਫ ਤੜਫ ਕੇ ਕੱਟੀ ਆ। ਤੇ ਅੱਜ ਮੇਰੇ ਸਰੀਰ ਦੇ ਸਾਰੇ ਅੰਗ ਦੁਖਦੇ ਨੇ, ਹੱਡ ਦੁਖਦੇ ਨੇ, ਕਿਉਂਕਿ ਜਦੋਂ ਉਹਦਾ ਮਿਲਣ ਹੁੰਦਾ ਚਿੱਤ ਇਕਾਗਰ ਹੋ ਜਾਂਦਾ ਹੈ। ਇਹੀ ਨਿਸ਼ਾਨੀ ਆ, ਹੋਰ ਕੋਈ ਉਹਦਾ ਫਿਜ਼ੀਕਲੀ ਮਿਲਣ ਨਹੀਂ, ਸਰੀਰਕ ਮਿਲਣ ਨਹੀਂ ਆ। ਇੱਕ ਚਿੱਤ ਦਾ ਇਕਾਗਰ ਹੋ ਜਾਣਾ, ਚਿੱਤ ਦਾ ਰੱਬੀ ਰਸ ਵਿੱਚ ਲੀਨ ਹੋ ਜਾਣਾ, ਇਹਨੂੰ ਕਹਿੰਦੇ ਰੱਬ ਦਾ ਮਿਲਣ ਹੋ ਗਿਆ, ਹੋਰ ਕੁਛ ਨਹੀਂ ਹੈ। ਅੱਜ ਨਾ ਸੁੱਤੀ ਕੰਤ ਸਿਉ, ਤੇ ਜੇ ਨਹੀਂ ਸੁੱਤੀ ਤੇ ਫਿਰ ਹੋਇਆ ਕੀ? ਅੰਗ ਮੁੜੇ ਮੁੜ ਜਾਏ, ਆ ਸਰੀਰ ਸਾਰਾ ਦੁਖਣ ਲੱਗ ਪੈਂਦਾ ਹੈ। ਤੇ ਜਿੱਦਣ ਮਿਲਣ ਹੋ ਜਾਂਦਾ ਹੈ ਤੇ ਜੈਸੇ ਚਿੱਤ ਇਕਾਗਰ ਹੋਊਗਾ, ਸਰੀਰ ਵਿੱਚੋਂ ਸਾਰੀਆਂ ਪੀੜਾਂ ਦੂਰ ਹੋ ਜਾਣਗੀਆਂ। ਤੇ ਮਹਾਰਾਜ ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚੇਨ ਹੈ। ਜੇ ਸੁਹਾਗਣ ਦੀਆਂ ਕੁਝ ਨਿਸ਼ਾਨੀਆਂ ਨੇ, ਭਗਤ ਰਵਿਦਾਸ ਜੀ ਨੇ ਦੱਸੀਆਂ ਕਿ ਸਹਿ ਕੀ ਸਾਰ ਸੁਹਾਗਣ ਜਾਣੇ, ਤਜ ਅਭਿਮਾਨ ਸੁਖ ਰਲੀਆਂ ਮਾਣੇ, ਤਨ ਮਨ ਦੇ ਨਾ ਅੰਤਰ ਰਾਖੇ। ਜਿਸ ਤਰ੍ਹਾਂ ਇੱਕ ਸੁਹਾਗਣੀ ਸਾਰਾ ਸਭ ਕੁਝ ਆਪਣੇ ਪਤੀ ਨੂੰ ਅਰਪਣ ਕਰਦੀ ਹੈ ਨਾ, ਇਸ ਤਰ੍ਹਾਂ ਮਾਰ ਕਹਿੰਦੇ ਤੂੰ ਵੀ ਅਰਪਣ ਕਰ ਜੇ ਮਿਲਣਾ ਚਾਹੁੰਦਾ ਤਾਂ। ਅਵਰਾ ਦੇਖ ਨਾ ਸੁਣੇ ਭਾਖੇ। ਤੇ ਜਿਸ ਤਰ੍ਹਾਂ ਸੁਹਾਗਣ ਦੀਆਂ ਨਿਸ਼ਾਨੀਆਂ, ਤੇ ਮਹਾਰਾਜ ਨੇ ਇੱਕ ਬਾਣੀ 'ਚ ਕਿਹਾ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ, ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਆਏ ਜੀ। ਜੇ ਸੁਹਾਗਣੀਆਂ ਦਾ ਮੈਲਾ ਵੇਸ ਨਾ ਕਹੋ ਬਈ, ਤੇ ਜਿਹੜੀਆਂ ਦੁਹਾਗਣੀਆਂ ਨੇ ਉਹ ਤਾਂ ਜੀਵਨ ਗੰਦਾ ਹੀ ਜੀਂਦੀਆਂ ਨੇ। ਵੇਸ ਦਾ ਮੈਨੇ ਜੀਵਨ ਸੁਭਾਅ, ਉਹਨਾਂ ਇਸਤਰੀਆਂ, ਜੀਵ ਰੂਪੀ ਇਸਤਰੀਆਂ ਦਾ ਸੁਭਾਅ ਬੜਾ ਗੰਦਾ ਹੋਊਗਾ, ਮਾੜਾ ਹੋਊਗਾ, ਮੈਲਾ ਹੋਊਗਾ। ਮੈਲ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਕੁੱਥੀਆਂ ਰੱਬ ਤੋਂ ਟੁੱਟ ਗਈਆਂ, ਫਿਰੇ ਨਿਮਾਣੀਆਂ, ਮੈਲੇ ਵੇਸ ਤਿੰਨਾ ਕਾਮੜੀ। ਉਹਨਾਂ ਦਾ ਜੀਵਨ ਬੜਾ ਗੰਦਾ ਹੋਏਗਾ, ਦੁਖੀ। ਬਾਕੀ ਜਿਨ੍ਹਾਂ ਦਾ ਜੀਵਨ ਗੰਦਾ ਹੋਏਗਾ ਦੁਖੀ ਰਹਿਣ ਵਿਆਏ ਜੀ। ਜਿਸ ਤਰ੍ਹਾਂ ਇੱਕ ਗ੍ਰੰਥ ਵਿੱਚ ਲਿਖਿਆ ਕਿ ਦੁਹਾਗਣੀ ਦੀ ਕਿਆ ਨਿਸ਼ਾਨੀ ਹੁੰਦੀ ਆ? ਕਰਹਿ ਨਾ ਪਤ ਕੀ ਸੇਵਾ। ਜਿਹੜੀਆਂ ਟੁੱਟ ਗਈਆਂ ਨਾ, ਉਹ ਰੱਬ ਦੀ ਸੇਵਾ ਭਗਤੀ ਨਹੀਂ ਹੁਣ ਕਰਨਗੀਆਂ। ਤੇ ਜਿਹੜੀਆਂ ਕਰਦੀਆਂ ਨੇ ਸਮਝ ਲਓ ਜੁੜੀਆਂ ਹੋਈਆਂ ਨੇ। ਕਰਹਿ ਨਾ ਪਤ ਕੀ ਸੇਵਾ, ਸੇਵੇ ਨਾ ਗੁਰ ਗੁਰਦੇਵ। ਉਹ ਆਪਣੇ ਗੁਰੂ ਦੀ ਸੇਵਾ ਨਹੀਂ ਕਰਨਗੀਆਂ। ਤੇ ਉਹਨਾਂ ਦੀ ਇੱਕ ਹੋਰ ਨਿਸ਼ਾਨੀ, ਜਿੱਥੇ ਉਹ ਆਪਣੇ ਪਤੀ ਪਰਮੇਸ਼ਰ ਨੂੰ ਨਹੀਂ ਮੰਨਣਗੀਆਂ, ਜਿਹੜੀਆਂ ਟੁੱਟੀਆਂ ਹੋਈਆਂ ਨੇ, ਉਹਨਾਂ ਦੀ ਨਿਸ਼ਾਨੀ ਹੈ। ਦੂਸਰੀ ਨਿਸ਼ਾਨੀ ਆ, ਉਹ ਗੁਰੂ ਦੀ ਸੇਵਾ ਨਹੀਂ ਕਰਨਗੀਆਂ। ਕਰਹਿ ਨਾ ਪਤ ਕੀ ਸੇਵ, ਸੇਵੇ ਨਾ ਗੁਰ ਗੁਰਦੇਵ। ਤੇ ਤੀਸਰੀ ਨਿਸ਼ਾਨੀ ਉਹਨਾਂ ਦੀ ਕੀ ਆ? ਕਰੇ ਨਾ ਨਿਤ ਇਸ਼ਨਾਨ। ਹੁਣ ਸੁਹਾਗਣੀ ਨੂੰ ਤਾਂ ਚਾਹ ਹੁੰਦਾ ਕਿ ਮੈਂ ਆਪਣਾ ਸ਼ਿੰਗਾਰ ਕਰਨਾ ਹੈ, ਤੇ ਦੁਹਾਗਣੀ ਨੂੰ ਕਾਹਦਾ ਚਾਹ ਹੁੰਦਾ ਸ਼ਿੰਗਾਰ ਦਾ? ਜਿਹਨੂੰ ਪਤਾ ਮੈਂ ਅੱਜ ਗੁਰੂ ਦਾ ਦਰਸ਼ਨ ਕਰਨਾ, ਮੈਂ ਸੰਗਤ 'ਚ ਜਾਣਾ, ਰੱਬ ਨੂੰ ਮਿਲਣਾ ਚਾਹੁੰਦਾ ਹੈ, ਪਤੀ ਦਾ ਨਾਮ ਜਪਣਾ ਚਾਹੁੰਦਾ, ਉਹਨੂੰ ਤੇ ਅੰਮ੍ਰਿਤ ਵੇਲੇ ਚਾਹ ਹੋਊਗਾ। ਪਿੰਨੀ ਰਹਿਣੜੀਏ ਸਿੱਖੀ 'ਚ ਜਿੱਦਾਂ ਆਸਾ ਦੀ ਵਾਰ 'ਚ ਆਉਂਦਾ ਨਾ ਕਿ ਪਿੰਨੀ ਰਹਿਣ ਜਿੰਨਾ ਮਨ ਚਾਹੋ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਚਾਹ ਪੈਦਾ ਹੋ ਜਾਂਦਾ ਹੈ। ਤੇ ਪਿੰਨੀ ਰਹਿਣੜੀਏ ਚਮਕਣ ਤਾਰੇ, ਉਹਨਾਂ ਨੂੰ ਤੇ ਚਾਹ ਹੁੰਦਾ ਕਿ ਕਦੋਂ ਅੰਮ੍ਰਿਤ ਵੇਲਾ ਹੋਵੇ, ਕਦੋਂ ਇਸ਼ਨਾਨ ਕਰੀਏ, ਕਦੋਂ ਉਹਦੀ ਯਾਦ ਵਿੱਚ ਜੁੜੀਏ, ਕਦੋਂ ਉਹਦਾ ਮਿਲਣ ਹੋਵੇ, ਉਹਨਾਂ ਤੇ ਚਾਹ ਹੁੰਦਾ। ਤੇ ਦੁਹਾਗਣਾ ਨੂੰ ਕਾਹਦਾ ਚਾਹ ਹੁੰਦਾ ਸ਼ਿੰਗਾਰ ਕਰਨ ਦਾ? ਦੁਹਾਗਣਾ ਦਾ ਤਾਂ ਕੁਛ ਹੁੰਦਾ ਹੀ ਨਹੀਂ। ਤੇ ਮਰ ਕਹਿੰਦੇ ਨੇ ਕਰੇ ਨਾ ਨਿਤ ਇਸ਼ਨਾਨ। ਉਹ ਜਿਹੜੀਆਂ ਟੁੱਟ ਗਈਆਂ ਨੇ, ਉਹਨਾਂ ਨੂੰ ਕਦੀ ਚਾਹ ਪੈਦਾ ਹੁੰਦਾ ਹੀ ਨਹੀਂ। ਜਿਹੜੀਆਂ ਮਨਮੁਖ ਹੋ ਗਈਆਂ ਨੇ, ਜਿਹੜੀਆਂ ਗੁਰੂ ਤੋਂ ਬੇਮੁਖ ਹੋ ਗਈਆਂ ਨੇ, ਉਹਨਾਂ ਨੂੰ ਅੰਮ੍ਰਿਤ ਵੇਲੇ ਕਦੀ ਚਾਹ ਆਉਂਦਾ ਹੀ ਨਹੀਂ। ਕਿਉਂਕਿ ਅੰਮ੍ਰਿਤ ਵੇਲਾ ਇੱਕ ਬਹੁਤ ਵੱਡੀ ਰੱਬ ਦੀ ਇਮਾਨਤ ਆ, ਬਹੁਤ ਵੱਡੀ ਬਖਸ਼ਿਸ਼ ਆ ਅੰਮ੍ਰਿਤ ਵੇਲਾ। ਤੇ ਉਸ ਵੇਲੇ ਦਾ ਇਸ਼ਨਾਨ ਵੀ ਇੱਕ ਵੱਡੀ ਬਖਸ਼ਿਸ਼ ਆ ਰੱਬ ਦਾ, ਇਹ ਵੀ ਬ੍ਰਹਮਤ ਆ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਚਾਹ ਹੁੰਦਾ ਪਤੀ ਨੂੰ ਮਿਲਣ ਦਾ, ਜਿਹੜੀਆਂ ਪਤੀ ਦੀਆਂ ਹੋ ਜਾਂਦੀਆਂ ਨੇ,
ਉਹ ਜਿੱਦਾਂ ਸ਼ਿੰਗਾਰ ਕਰਦੀਆਂ ਨੇ, ਫਿਰ ਜਿਹੜੀਆਂ ਅੰਦਰੋਂ ਪਤੀ ਨੂੰ ਜੁੜ ਜਾਂਦੀਆਂ ਨੇ, ਫਿਰ ਉਹਨਾਂ ਨੂੰ ਅੰਮ੍ਰਿਤ ਵੇਲੇ ਤਿੰਨਾ ਦੇਖ ਮਨ ਚਾਓ ਅਠੰਦਾ, ਹੋਂ ਕਦ ਪਾਈ ਗੁਣ ਤਾਸਾ। ਤੇ ਕਰੇ ਨਾ ਨਿਤ ਇਸ਼ਨਾਨ, ਜਿਹੜੀਆਂ ਦੁਆਗਣੀਆਂ ਨੇ ਉਹ ਨਹੀਂ, ਸੂਰ ਚੜੇ ਤੱਕ ਸੁੱਤੀਆਂ ਹੀ ਰਹਿੰਦੀਆਂ ਨੇ। ਉਹ ਪਤੀ ਕੋਈ ਨਹੀਂ, ਖਸਮੀ ਕੋਈ ਨਹੀਂ, ਉਹ ਸੁੱਤੀਆਂ ਹੀ ਰਹਿੰਦੀਆਂ ਨੇ। ਤੇ ਚੌਥੀ ਨਿਸ਼ਾਨੀ ਆ, ਤਰੇ ਨਾ ਹਰ ਸਿਉ ਧਿਆਨ, ਕਦੀ ਰੱਬ ਦਾ ਧਿਆਨ ਆਇਆ ਹੀ ਨਹੀਂ ਦੁਹਾਗਣੀਆਂ ਅੰਦਰ। ਤੇ ਜੇ ਉਹ ਰੱਬ ਦਾ ਧਿਆਨ ਆ ਜੇ ਫਿਰ ਤਾਂ ਉਹ ਵੀ ਸੁਹਾਗਣੀਆਂ ਹੀ ਬਣ ਜਾਣ। ਇਸ ਕਰਕੇ ਮਹਾਰਾਜ ਕਹਿੰਦੇ ਆ, ਭਗਤ ਰਵਿਦਾਸ ਜੀ ਇਹਦਾ ਰਾਵ ਦੀ ਤੁਕ ਵਾ ਕਿ ਸੋ ਕਤ ਜਾਣੇ ਪੀਰ ਪਰਾਈ, ਜਾਂ ਕੇ ਅੰਦਰ ਦਰਦ ਨਾ ਪਾਈ। ਕਹਿ ਲਗੇ ਇਹ ਜਿਹੜਾ ਸੁਹਾਗ ਮਿਲਦਾ ਨਾ ਭਗਤਾਂ ਨੂੰ, ਤੇ ਕਦੀ ਕਦੀ ਵਿਛੋੜਾ ਪੈ ਜਾਂਦਾ ਹੈ। ਇਹ ਵਿਛੋੜਾ ਜਿਹੜਾ ਨਾ ਇਹ ਬੜਾ ਦੁਖਦਾਈ ਹੈ। ਇਹ ਵਿਛੋੜਾ ਸਹਿਆ ਨਾ ਜਾਏ। ਜਿੱਦਾਂ ਇੱਕ ਮਾਂ ਤੇ ਪੁੱਤ ਦਾ ਵਿਛੋੜਾ ਪੈ ਜੇ ਤੇ ਮਾਂ ਦਾ ਕੀ ਹਾਲ ਹੋ ਜਾਂਦਾ ਹੈ ਪੁੱਤ ਤੋਂ ਬਿਨਾਂ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਜਿੰਨਾ ਮਿਲਣਾ ਹੈ ਨਾ, ਉਹਦੀ ਨਿਸ਼ਾਨੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਅੰਦਰ ਰੱਬ ਦਾ ਵਿਛੋੜਾ ਜਾਗਣਾ ਹੈ। ਮਿਲਣ ਤਾਂ ਹੋਣਾ ਹੈ, ਪਹਿਲੋਂ ਵਿਛੋੜਾ ਮਹਿਸੂਸ ਹੋਣਾ ਹੈ। ਜਿਹਦਾ ਵਿਛੋੜਾ ਹੀ ਨਹੀਂ ਪਿਆ, ਜਿਹਨੂੰ ਵਿਛੋੜਾ ਹੀ ਨਹੀਂ ਮਹਿਸੂਸ ਹੋਇਆ, ਉਹ ਮਿਲੇਗਾ ਕਿਸ ਤਰ੍ਹਾਂ। ਉਹ ਵਿਛੋੜਾ ਜਿਹੜਾ ਨਾ ਬੜਾ ਦਰਦਨਾਕ ਹੈ। ਜਿਹਨੂੰ ਲੱਗ ਜਾਂਦੇ ਨਾ, ਕਬੀਰ ਬਿਰਹੋਂ ਭਿਹੰਗਮ, ਬਿਰਹੋਂ ਮੈਨੇ ਵਿਛੋੜਾ, ਭਿਹੰਗਮ ਮੈਨੇ ਸੱਪ। ਵਿਛੋੜੇ ਦਾ ਸੱਪ ਜਿਹਨੂੰ ਲੜ ਜਾਵੇ ਨਾ, ਕਬੀਰ ਬਿਰਹੋਂ ਭਿਹੰਗਮ ਮਨ ਬਸੇ ਮੰਤ ਨਾ ਮਾਨੇ ਕੋਈ। ਦੁਨੀਆ ਤੇ ਸੱਪ ਲੜ ਜੇ ਤੇ ਉਹਦੇ ਮੰਤਰ ਨੇ, ਗਾਰੜੂ ਮੰਤਰ ਹੈ, ਦਵਾਈਆਂ ਨੇ, ਬੜਾ ਹੁਣ ਤੇ ਟੀਕੇ ਵੀ ਚੱਲ ਗਏ ਨੇ। ਪਰ ਜਿਹਨੂੰ ਰੱਬ ਦੇ ਵਿਛੋੜੇ ਦਾ ਨਾਗ ਲੜ ਗਿਆ, ਸੱਪ ਲੜ ਗਿਆ, ਕਬੀਰ ਬਿਰਹੋਂ ਭਿਹੰਗਮ, ਭਿਹੰਗਮ ਮੈਨੇ ਸੱਪ। ਜਿਨ੍ਹਾਂ ਨੂੰ ਵਿਛੋੜੇ ਦਾ ਸੱਪ ਲੜ ਜਵੇ, ਕੀ ਬਿਰਹੋਂ ਭਿਹੰਗਮ ਮਨ ਬਸੇ ਮੰਤਰ ਨਾ ਮਾਨੇ ਕੋਈ। ਉਹਦੇ ਉੱਤੇ ਕੋਈ ਮੰਤਰ ਨਹੀਂ ਚੱਲਦਾ। ਦੁਨੀਆ ਤੇ ਸੱਪ ਲੜ ਜੇ ਤੇ ਮੰਤਰ ਨਾਲ ਤੁਸੀਂ ਜ਼ਹਿਰ ਕੱਢ ਸਕਦੇ ਹੋ, ਪਰ ਜਿਹਦੇ ਅੰਦਰ ਬਿਰਹੇ ਦਾ ਸੱਪ ਲੜ ਜਵੇ, ਉਹ ਤੇ ਦੁਨੀਆ ਦਾ ਕੋਈ ਮੰਤਰ ਨਹੀਂ ਚੱਲਦਾ। ਦੁਨੀਆ ਦਾ ਕੋਈ ਪਦਾਰਥ ਨਹੀਂ ਫਿਰ ਮੋਹਿਤ ਕਰ ਸਕਦਾ। ਕੋਈ ਦੁਨੀਆ ਦਾ ਰੂਪ, ਰੰਗ, ਪਦਾਰਥ, ਅਹੁਦਾ, ਪਦਵੀ ਕੋਈ ਨਹੀਂ ਪ੍ਰਭਾਵ ਪਾ ਸਕਦੀ ਜਿਹਦੇ ਅੰਦਰ ਵਿਛੋੜੇ ਦੀ ਮਹਿਸੂਸ ਹੋ ਜਾਏ। ਇਹਨੂੰ ਬਿਰਹੋਂ ਭਿਹੰਗਮ ਮਨ ਬਸੇ ਮੰਤ ਨ ਮਾਨੇ ਕੋਏ, ਰਾਮ ਵਿਯੋਗੀ ਨਾ ਜੀਏ। ਉਹ ਫਿਰ ਉਸ ਤੋਂ ਬਿਨਾਂ ਜੀ ਨਹੀਂ ਸਕਦਾ। ਜਿੱਦਾਂ ਕਿਹਾ ਨਾ ਕਿ ਕਰਵਤ ਭਲਾ ਨਾ ਕਰਵਟ ਤੇਰੀ। ਐ ਪਰਮੇਸ਼ਰ ਜਿਹੜਾ ਤੇਰਾ ਵਿਛੋੜਾ ਪੈ ਜਾਂਦਾ ਨਾ ਕਦੀ ਕਦੀ ਭਗਤਾਂ ਨੂੰ, ਇਹ ਵਿਛੋੜਾ ਪੈਣਾ ਵੀ ਚਾਹੀਦਾ। ਇਹ ਵਿਛੋੜਾ ਪਤਾ ਕਿਉਂ ਰੱਬ ਪਾਉਂਦਾ ਆਪਣੇ ਭਗਤਾਂ ਦੇ ਨਾਲ? ਇਹਦਾ ਵੀ ਇੱਕ ਕਾਰਨ ਦੱਸਿਆ ਮਹਾਂਪੁਰਖਾਂ ਨੇ ਕਿ ਜਦੋਂ ਵਿਛੋੜਾ ਪੈ ਜਾਊਗਾ ਤੇ ਤੁਹਾਨੂੰ ਮਿਲਣ ਦੀ ਹੋਰ ਤੜਫ ਵਧੇਗੀ। ਤੇ ਕਦੀ ਕਦੀ ਮਹਿਸੂਸ ਹੋਣਾ ਚਾਹੀਦਾ ਵਿਛੋੜਾ ਵੀ। ਕਬੀਰ ਕਰਵਤ ਭਲਾ, ਮੈਨੂੰ ਕੋਈ ਆਰੇ ਨਾਲ ਚੀਰ ਦੇ ਤੇ ਮੈਨੂੰ ਦਰਦ ਸ਼ਾਇਦ ਘੱਟ ਹੋਊਗਾ, ਪਰ ਜਦੋਂ ਤੂੰ ਪਿੱਠ ਦੇ ਜਾਂਦਾ ਹੈ, ਜਦੋਂ ਤੇਰਾ ਵਿਛੋੜਾ ਪੈ ਜਾਂਦਾ, ਮੇਰੇ ਕੋ ਇਹ ਪੀੜ ਸਹੀ ਨਹੀਂ ਜਾਂਦੀ। ਇੰਨੀ ਜ਼ਬਰਦਸਤ ਪੀੜ ਆ। ਜੇ ਮਿਲਣ ਵਿੱਚ ਇਤਨਾ ਆਨੰਦ ਹੈ, ਇਤਨਾ ਰਸ ਹੈ, ਤੇ ਉਹਦੇ ਵਿਛੋੜੇ ਦਾ ਫਿਰ ਕਿੰਨਾ ਕੁ ਦਰਦ ਹੋਊਗਾ। ਜਿਹੜਾ ਪੁੱਤ ਬਹੁਤ ਲਾਡਲਾ ਹੋਵੇ ਤੇ ਕਿਤੇ ਮਾਂ ਨੂੰ ਵਿਛੋੜਾ ਦੇ ਜਾਵੇ ਤੇ ਮਾਂ ਦਾ ਕੀ ਹਾਲ ਹੋ ਜਾਂਦਾ। ਤੇ ਜੇ ਪੁੱਤ ਦੁੱਖ ਦਿੰਦਾ ਹੋਵੇ, ਉਹ ਮਰ ਜੇ, ਫਿਰ ਮਾਂ ਬਹੁਤਾ ਦੁੱਖ ਨਹੀਂ ਮਹਿਸੂਸ ਕਰਦੀ। ਤੇ ਜਿਹੜਾ ਜਿਸ ਮਿਲਣ ਦੇ ਵਿੱਚ ਇੰਨਾ ਰਸ ਹੋਵੇ, ਇੰਨਾ ਆਨੰਦ ਹੋਵੇ ਰੱਬੀ ਰਸ ਵਿੱਚ, ਤੇ ਉਸ ਰਸ ਦਾ, ਉਸ ਪ੍ਰੇਮ ਦਾ ਵਿਛੋੜਾ ਪੈ ਜੇ, ਉਹ ਫਿਰ ਕਿਵੇਂ ਜੀ ਸਕਦਾ। ਜੋ ਮੈਂ ਬੇਦਨ, ਇਹ ਸਾਰਿਆਂ ਗੁਰੂਆਂ ਨੇ ਤੇ ਭਗਤਾਂ ਨੇ ਆਪਣੀ ਪੀੜਾ ਦਾ ਜ਼ਿਕਰ ਕੀਤਾ ਹੈ। ਬਾਬੇ ਫਰੀਦ ਨੇ ਜ਼ਿਕਰ ਕੀਤਾ, ਤਪ ਤਪ ਲੋਏ ਲੋਏ ਹਾਥ ਮਰੋਰੋਂ, ਬਾਵਲ ਹੋਈ 100 ਲੋਰੋਂ। ਮੈਂ ਬਾਬਲ ਹੋ ਗਈ, ਪਾਗਲ ਹੋ ਗਈ, ਤੇਰੇ ਵਿਛੋੜੇ ਨੇ ਮੈਨੂੰ ਪਾਗਲ ਕਰ ਛੱਡਿਆ। ਬਾਬਲ ਹੋਈ 100 ਲੋਰੋਂ, ਤਪ ਤਪ ਹੱਥ, ਤਪ ਤਪ ਲੋਏ ਲੋਏ ਹਾਥ ਮਰੋਰੋਂ। ਤੇ ਗੁਰੂ ਨਾਨਕ ਸਾਹਿਬ ਵੀ ਜ਼ਿਕਰ ਕਰਦੇ ਨੇ ਵਿਛੋੜੇ ਦਾ। ਕਹਿੰਦੇ ਨੇ
ਏਕ ਨਾ ਭਰੀਆ ਗੁਣ ਕਰ ਤੋਵਾਂ। ਮੇਰਾ ਸੌ ਜਾਗੇ, ਉਹ ਸੌ ਆ। ਏਕਾ ਪੁਰਖ ਸਬਾਈ ਨਾਰ। ਮੇਰਾ ਸੌ ਜਾਗੇ ਹੋ ਨਿਸ ਪਰ ਸੋਵਾਂ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਉਹ ਜਾਗਣ ਦਿਆ ਵਾ, ਮੈਂ ਸੁੱਤੀ ਪਈ ਆ, ਤੇ ਮੇਰਾ ਉਹਦਾ ਫਿਰ ਕਿਵੇਂ ਮਿਲਣ ਹੋਵੇ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਜੋ ਮੈਂ ਬੇਦਨ, ਬੇਦਨ ਦਾ ਮਤਲਬ ਦਰਦ, ਪੀੜ, ਜਿਹੜੀ ਮੇਰੇ ਅੰਦਰ ਵਿਛੋੜੇ ਦੀ ਪੀੜ ਵਾ, ਦਰਦ ਵਾ। ਕਿਉਂਕਿ ਜਦੋਂ ਇਸਤਰੀ ਦਾ, ਜਦੋਂ ਧੀ ਦਾ ਵਿਆਹ ਹੋ ਜਾਂਦਾ ਹੈ ਨਾ, ਪਤੀ ਮਿਲ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਨਾਲ ਰੰਡ ਸ਼ਬਦ ਜੁੜਦਾ। ਜੇ ਉਹਦਾ ਪਤੀ ਨਾ ਰਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਰੰਡੀ, ਦੁਹਾਗਣ, ਵਿਧਵਾ। ਤੇ ਜਦੋਂ ਵਿਆਹ ਹੋਇਆ ਹੀ ਨਹੀਂ ਤੇ ਫਿਰ ਉਸ ਨੂੰ ਅਸੀਂ ਵਿਧਵਾ ਵੀ ਨਹੀਂ ਕਹਿ ਸਕਦੇ। ਤੇ ਜਦੋਂ ਮਿਲਣ ਹੋਇਆ ਤੇ ਮਿਲਣ ਤੋਂ ਬਾਅਦ ਆ ਵਿਛੋੜਾ ਵੀ ਮਹਿਸੂਸ ਹੋਣਾ ਹੈ। ਉਹ ਵਿਛੋੜਾ ਬੜਾ ਦਰਦਨਾਕ ਹੈ। ਜੋ ਮੈਂ ਬੇਦਨ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਜਿਹੜੀ ਮੈਨੂੰ ਪੀੜਾ ਹੈ ਵਿਛੋੜੇ ਦੀ, ਸਾ ਕਿਸ ਆਖਾਂ ਮਾਈ। ਮੈਂ ਹੁਣ ਕਿਹਨੂੰ ਆਖਾਂ। ਜਿੱਦਾਂ ਕਬੀਰ ਨੇ ਨਹੀਂ ਕਿਹਾ ਕਿ ਲਾਗੀ ਹੋਏ ਸੋ ਜਾਣੇ ਪੀਰ। ਇਹ ਸਾਰਿਆਂ ਨੂੰ, ਜਿਹੜੀ ਮੈਂ ਦਰਦ ਦਾ ਜ਼ਿਕਰ ਕਰ ਰਿਹਾ ਨਾ, ਜਿਸ ਦੁੱਖ ਦਾ, ਇਹ ਸਾਰਿਆਂ ਨੂੰ ਮਹਿਸੂਸ ਨਹੀਂ ਹੋਣਾ। ਇਹ ਕੇਵਲ ਉਹਨਾਂ ਵਿਅਕਤੀਆਂ ਨੂੰ ਹੋਣਾ ਜਿਹੜੇ ਕਦੀ ਉਹਦੇ ਨਾਲ ਜੁੜਦੇ ਨੇ ਤੇ ਕਦੀ ਕਦੀ ਟੁੱਟ ਜਾਂਦੇ ਨੇ। ਇਹ ਉਹਨਾਂ ਵਾਸਤੇ ਬਾਤ ਨੇ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ। ਇਹ ਇਹੋ ਜਿਹਾ ਤੀਰ ਵਾ, ਜਦੋਂ ਵੱਜ ਜਾਂਦਾ, ਅਨਿਆਲਾ ਤੀਰ ਹੁੰਦਾ, ਜਦੋਂ ਵੱਜ ਜੇ ਉਹ ਫਿਰ ਨਿਕਲਦਾ ਨਹੀਂਗਾ। ਕਈ ਤੀਰ ਹੁੰਦੇ ਵੱਜ ਕੇ ਤੇ ਫਿਰ ਉਹਨੂੰ ਤੁਸੀਂ ਵਾਜੇ ਤੇ ਫਿਰ ਕੱਢ ਲੈਂਦੇ ਹੋ ਵਿੱਚੋਂ ਸਰੀਰ ਦੇ। ਇਹ ਅਨਿਆਲਾ ਤੀਰ ਇਹੋ ਜਿਹਾ ਇੱਕ ਤੀਰ ਹੁੰਦਾ ਵਾ, ਇਹ ਜਦੋਂ ਵੱਜ ਜੇ ਫਿਰ ਨਿਕਲਦਾ ਨਹੀਂਗਾ। ਜਿੱਦਾਂ ਮਹਾਰਾਜ ਨੇ ਕਿਹਾ ਕਿ ਪੀਰ ਪਿਰਮ ਪਕਾਮ ਨਾ ਨਿਕਲੇ ਲਾਇਆ ਤਿੰਨ ਸੁਜਾਨ। ਜਦੋਂ ਪ੍ਰੇਮ ਦਾ ਤੀਰ ਵੱਜ ਜੇ ਉਹ ਨਹੀਂ ਨਿਕਲਦਾ। ਤੇ ਮਹਾਰਾਜ ਕਹਿੰਦੇ ਜੋ ਮੈਂ ਬੇਦਨ ਕਤ ਨਹੀਂ ਠੌਰ ਮੂਲ ਕਤ ਲਾਵੋ। ਕਹਿਣ ਲੱਗੇ ਬੰਦਿਓ, ਜੇ ਮੇਰਾ ਤੁਸੀਂ, ਕਬੀਰ ਸਾਹਿਬ ਕਹਿੰਦੇ, ਜੇ ਮੇਰੀ ਪੀੜਾ ਨੂੰ ਤੁਸੀਂ ਦੂਰ ਕਰਨ ਦੀ ਕੋਈ ਕੋਸ਼ਿਸ਼ ਕਰੋ, ਜਿਸ ਤਰ੍ਹਾਂ ਨਹੀਂ ਆਉਂਦਾ ਪਿਓ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ। ਇਹ ਨਬਜ਼ਾਂ ਵਿੱਚ ਆਉਣ ਵਾਲਾ ਦਰਦ ਨਹੀਂ ਆ ਵਿਛੋੜਾ। ਇਹ ਐਕਸਰੇ ਵਿੱਚ ਆਉਣ ਵਾਲਾ ਦਰਦ ਨਹੀਂ ਆ ਰੱਬੀ ਵਿਛੋੜਾ ਜਿਹੜਾ। ਇਹ ਤੇ ਉਹਨਾਂ ਨੂੰ ਪਤਾ ਜਿਹੜੇ ਜਿਨ੍ਹਾਂ ਨੂੰ ਵਿਛੋੜਾ ਪੈਂਦਾ। ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ, ਪਰ ਭੋਲਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਏ। ਇਹ ਹੋਰ ਵਾ ਕੋਈ ਦਰਦ। ਇਹ ਦੁਨੀਆ ਦੀ ਉਹ ਦਰਦ ਨਹੀਂ ਜਿਹੜੀ ਦੁਨੀਆ ਨੂੰ ਦਰਦ ਹੁੰਦੀ ਹੈ। ਕਬੀਰ ਸਿੰਘ ਦੇ ਕਤ ਨਹੀਂ ਠੌਰ ਮੂਲ ਕਤ ਲਾਓ। ਮੂਲ ਕਹਿੰਦੇ ਨੇ ਦਵਾਈ ਨੂੰ ਕੋਈ ਜਗ੍ਹਾ ਹੀ ਨਹੀਂ ਹੈਗੀ, ਤੇ ਦਵਾਈ ਕਿੱਥੇ ਲਾ ਕੇ ਮੇਰਾ ਤੁਸੀਂ ਇਲਾਜ ਕਰੋਗੇ। ਮੇਰਾ ਇਲਾਜ ਤਾਂ ਉਹਦਾ ਮਿਲਣ ਨਹੀਂ ਆ, ਉਹਦੇ ਮਿਲਣ ਤੋਂ ਬਿਨਾਂ ਮੇਰਾ ਕੋਈ ਇਲਾਜ ਨਹੀਂ। ਕਤ ਨਹੀਂ ਠੌਰ ਮੂਲ ਕਤ ਲਾਓ, ਖੋਜ ਤਨ ਮੇ ਠੌਰ ਨਾ ਪਾਓ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ। ਤੇ ਮਹਾਰਾਜ ਕਹਿੰਦੇ ਜੋ ਮੈਂ ਬੇਦਨ ਸਾ ਕਿਸੇ ਆਖਾਂ ਮੇਰੀ ਮਾਈ। ਕਿਹੜੀ ਕਿਸੇ ਨੇ ਪੁੱਛਿਆ ਕਿ ਮਹਾਰਾਜ ਤੁਹਾਨੂੰ ਕਾਹਦਾ ਦਰਦ ਵਾ। ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ। ਉਹ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ ਤੇ ਉਹਦਾ ਮਿਲਣ ਨਹੀਂ ਹੋ ਰਿਹਾ, ਤੇ ਹੁਣ ਮੈਂ ਕੀ ਕਰਾਂ ਫਿਰ। ਤੇ ਮਹਾਰਾਜ ਕਹਿੰਦੇ, ਭਗਤ ਜੀ ਕਹਿੰਦੇ ਨੇ ਕਿ ਸੋ ਕਤ ਜਾਣੇ ਪੀਰ ਪਰਾਈ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਨੂੰ ਕਦੀ ਮਿਲਣੀ, ਉਹਨਾਂ ਨੂੰ ਕੀ ਪਤਾ ਵਿਛੋੜਾ ਕੀ ਹੁੰਦਾ ਹੈ। ਸੋ ਕਤ ਜਾਣੇ ਪੀਰ ਪਰਾਈ ਜਾਂ ਕੇ ਅੰਤਰ ਦਰਦ ਨਾ ਪਾਈ। ਤੇ ਮਹਾਰਾਜ ਕਹਿੰਦੇ ਉਹ ਤੇ ਜਿਹੜੀਆਂ ਸੁਹਾਗਵੰਤੀਆਂ ਹੋ ਗਈਆਂ, ਜਿਹੜੀਆਂ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ ਲਿਵ ਲਾਏ, ਜਿਹੜੀਆਂ ਗੁਰੂ ਨੂੰ ਪਿਆਰ ਨਾਲ ਜਪਦੀਆਂ ਨੇ, ਪਿਆਰ ਨਾਲ ਸੇਵਦੀਆਂ ਨੇ, ਉਹਨਾਂ ਨੂੰ ਤਾਂ ਸੁਹਾਗ ਮਿਲ ਜਾਂਦਾ ਹੈ। ਕਿਉਂਕਿ ਇੱਕ ਬਚਨ ਹੁੰਦਾ ਗੁਰੂ ਕਾ ਕਿ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ। ਤੂੰ ਚਾਹੁੰਦੀ ਆ ਕਿ ਮੰਮੀ ਸੁਹਾਗਣ ਹੋ ਜਾ ਬਾਬੇ ਫਰੀਦ ਵਾਂਗੂ, ਤੇ ਮੰਮੀ ਜੇ ਤੂੰ ਚਾਹੁੰਦੀ ਆ ਵੀ ਮੰਮੀ ਕਬੀਰ ਵਾਂਗੂ ਸੁਹਾਗਣ ਬਣ ਜਾਵਾਂ, ਫਿਰ ਮਾਰ ਕਹਿੰਦੇ ਦੋ ਕੰਮ ਕਰਿਆ ਕਰ। ਇੱਕ ਤੇ ਸਤਿਗੁਰ ਦੀ ਸੇਵਾ ਕਰਿਆ ਕਰ, ਕਿਉਂਕਿ ਜੁਗ ਚਾਰੇ ਤਨ ਜੇ ਪਵੇ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਇਹ ਗੁਰੂ ਤੋਂ ਬਿਨਾਂ ਮਿਲ ਨਹੀਂ ਹੋਣਾ ਆਤਮਾ ਦਾ ਤੇ ਪਰਮਾਤਮਾ ਦਾ।
ਇਹ ਗੁਰੂ ਤੋਂ ਬਿਨਾਂ ਨਹੀਂ, ਇਹ ਗੁਰੂ ਵਿਚੋਲਾ ਬਣੂਗਾ ਤੇ ਤਾਂ ਹੀ ਉਹ 100 ਮਿਲਣਾ ਹੈ। ਤੇ ਜਦੋਂ ਫਿਰ ਮਿਲ ਜਾਂਦਾ, ਕਦੀ ਕਦੀ ਵਿਛੋੜਾ ਪੈ ਜਾਂਦਾ। ਤੇ ਹੁਣ ਅਗਲਾ ਬਚਨ ਸੀ ਭਗਤ ਆਪਣੇ ਰਵਿਦਾਸ ਜੀ ਦਾ ਕਿ ਦੁਖੀ ਦੁਹਾਗਣ ਦੋਏ ਪੱਖ ਹੀਣੀ। ਜਿਹੜੀਆਂ ਦੁਹਾਗਣੀਆਂ ਹੋ ਗਈਆਂ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਚਾਅ ਹੀ ਨਹੀਂ ਆਉਂਦਾ, ਕੋਈ ਜਿਹੜੀ ਅੰਮ੍ਰਿਤ ਵੇਲੇ ਸ਼ਿੰਗਾਰ ਨਹੀਂ ਕਰਦੀਆਂ, ਭਗਤੀ ਨਹੀਂ ਕਰਦੀਆਂ, ਮਹਾਰਾਜ ਕਹਿੰਦੇ, ਕਵੀ ਰਵਿਦਾਸ ਜੀ ਕਹਿੰਦੇ ਨੇ ਉਹ ਦੁਹਾਗਣਾ ਨੇ, ਉਹ ਰੰਡੀਆਂ ਨੇ। ਤੇ ਦੁਖੀ ਦੁਹਾਗਣ ਦੋਏ ਪੱਖ ਹੀਣੀ, ਜਿਹੜਾ ਨਾ ਇਹ ਨਿਰੰਤਰ ਭਗਤ ਨਾ ਕੀ, ਜਿਹੜੀ ਉਹਦੀ ਭਗਤੀ ਨਹੀਂ ਨਾ ਕਰਦੀਆਂ, ਉਹ ਦੁਹਾਗਣਾ 'ਚ ਆ ਜਾਂਦੀਆਂ ਨੇ। ਇਹ ਵੇਖ ਲਓ ਹੁਣ, ਜਿਹੜੇ ਤੇ ਭਗਤੀ ਕਰਦੇ ਨੇ ਉਹ ਸੁਹਾਗਣੀਆਂ ਵਾਲੀ ਲਿਸਟ 'ਚ ਆ ਜਾਣੇ ਨੇ ਨਾਵਾਂ 'ਚ, ਤੇ ਜਿਹੜੇ ਭਗਤੀ ਨਹੀਂ ਕਰਦੇ, ਕੋਈ ਸੰਗਤ ਵਿੱਚ ਨਹੀਂ ਬਹਿੰਦੇ, ਉਹ ਦੁਹਾਗਣਾ 'ਚ ਆ ਜਾਣੇ। ਦੁਖੀ ਦੁਹਾਗਣ ਦੋਏ ਪੱਖ ਹੀਣੀ, ਜਿਨ ਨਾਹੇ ਨਿਰੰਤਰ ਭਗਤ ਨਾ ਕੀਨੀ। ਜਿਨ੍ਹਾਂ ਨੇ ਕੋਈ ਪ੍ਰੇਮ ਨਾਲ ਰੱਬ ਦੀ ਭਗਤੀ ਨਹੀਂ ਕੀਤੀ, ਉਹ ਦੁਹਾਗਣਾ ਹੋ ਗਈਆਂ। ਤੇ ਪੁਰਸਲਾਤ ਕਾ ਪੰਥ ਦੁਹੇਲਾ, ਕੱਲਾ ਇੱਥੇ ਹੀ ਨਹੀਂ, ਨਾ ਉਹਨਾਂ ਦਾ ਲੋਕ ਰਹਿਣਾ, ਨਾ ਉਹਨਾਂ ਦਾ ਪਰਲੋਕ ਰਹਿਣਾ, ਦੋਵੇਂ ਹੀ ਗਏ। ਪੁਰਸਲਾਦ ਕਾ ਪੰਥ ਦੁਹੇਲਾ, ਸੰਗ ਨਸਾਥੀ ਗਵਨ ਅਕੇਲਾ। ਇਸ ਕਰਕੇ ਭਗਤ ਰਵਿਦਾਸ ਜੀ ਨੇ ਕਿਹਾ ਕਿ ਗੁਰੂ ਦੀ ਸ਼ਰਣੀ ਅਖੀਰ ਤੇ ਜਾ ਕੇ ਉਹਨਾਂ ਨੇ ਆਪਣੀ ਸਮਾਪਤੀ ਕਰੀ। ਅਖੀਰ ਤੇ ਉਹਨਾਂ ਨੇ ਕਿਹਾ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਉ ਕਰ ਗਤ ਮੇਰੀ। ਬਸ ਅਰਦਾਸ ਕਰੀਏ ਉਹਦੇ ਅੱਗੇ, ਗੁਰੂ ਦੇ ਅੱਗੇ ਢਹਿ ਪਈਏ, ਤੇ ਨਹੀਂ ਤੇ ਉਹ 100 ਸੁਹਾਗਣ ਵਾਲੀ ਸਾਡੀ ਵੀ ਹਾਲਤ ਹੋ ਜਾਣੀ ਆ। ਲੋਕੀ ਕਹਿੰਦੇ ਸੀ ਇਹਨੂੰ ਆਪਣੇ ਪੁੰਨਿਆਂ ਵਾਲੀ ਰਾਤ 100 ਆਣ ਕੇ ਮਿਲਦਾ, ਤੇ ਬੜੇ ਢੋਲ ਢਮੱਕੇ ਵੱਜਣ ਦੇ। ਬਾਬਾ ਉੱਥੇ ਪਹੁੰਚ ਗਿਆ ਵੀ ਢੋਲ ਕਿਉਂ ਵੱਜਦੇ ਭਾਈ, ਇਹ ਅੱਜ 100 ਮਿਲਣਾ ਸੁਹਾਗਣ ਨੂੰ। ਬਾਬਾ ਕਹਿੰਦਾ ਮੈਨੂੰ ਉਹ ਸੁਹਾਗਣ ਬੁਲਾਓ, ਕਿਹੜੀ ਆ? ਇਹ ਅੱਜ ਨਹੀਂ ਉਹਨੇ ਮਿਲਣਾ, ਅੱਜ ਤਾਂ 100 ਨੂੰ ਮਿਲਣਾ। ਉਹ ਤਾਂ ਤਿਆਰ ਹੋ ਕੇ ਬੈਠੀ ਆ, ਚੂੜੀਆਂ ਪਾ ਲੀਆਂ ਸਿਰ 'ਤੇ, ਚੁੰਨੀ ਲਿੱਲੀ, ਤੇ ਉਹ ਅੱਜ ਰਾਤ ਨੇ ਖਸਮ ਨੇ ਪਤੀ ਨੇ ਆਣ ਕੇ ਮਿਲਣਾ। ਬਾਬਾ ਜਾ ਵੜਿਆ ਉਹਦੀ ਗੁਫਾ 'ਚ, ਰਾਮ ਰਹੀਮ ਕਿਤੇ ਬਣਾਈ ਉਹਨੇ ਗੁਫਾ ਕੋਈ, ਤੇ ਉਹ ਰਾਮ ਰਹੀਮ ਵਾਲੇ ਕੰਮ ਕਰਦੇ ਬਾਬੇ ਨੂੰ ਫੜ ਲਿਆ 100 ਸੁਹਾਗਣ ਨੂੰ। ਇੱਦਾਂ ਦੀਆਂ ਸੁਹਾਗਣਾਂ ਦੀ ਲੋੜ ਨਹੀਂ ਭਾਈ, ਜੇ ਲੋੜੇ ਵੱਲ ਕੰਮ ਨਹੀਂ ਹੈ ਤਾਂ ਸਤਿਗੁਰ ਚਰਨੀ ਚਿਤ ਲਾਏ ਰਾਮ। ਸੂਬ ਤਾਂ ਸੁਹਾਗਣੀ ਜਾਂ ਮਨ ਲੈ ਸੱਚ ਨਾਉ, ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ। ਐਸਾ ਸ਼ਿੰਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵੇ, ਐਨਸ ਲਾਗੇ ਪਾਓ, ਨਾਨਕ ਸੁਹਾਗਣ ਕਾ ਕਿਆ ਚਿੰਨ ਹੈ। ਕਬੀਰ ਨੇ ਸਿੱਧਾ ਹੀ ਕਿਹਾ, ਕਹਿ ਕਬੀਰ ਮੋਹਿ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਜਿਹਦਾ ਉਹ ਵਿਆਹ ਹੋ ਜੇ ਨਾ ਆਤਮਾ ਦਾ ਪਰਮਾਤਮਾ ਦੇ ਨਾਲ, ਭਗਤਾਂ ਦਾ ਵਿਆਹ ਹੁੰਦਾ, ਤਾਂ ਉਹ ਭਗਤ ਖਵਾਉਂਦੇ ਨੇ। ਤਾਈਓ ਤੋਂ ਮੁੜ ਕੇ ਕਹਿੰਦੇ ਨੇ ਅਸੀਂ ਤੁਮੇ ਸੁਕੰਤ ਨਾਰ ਹਮ ਸੋਈ। ਜਿੰਨੀ ਵੀ ਬਾਣੀ ਹੈ ਨਾ, ਇਹ ਇਸਤਰੀ ਰੂਪ ਵਿੱਚ ਉਚਾਰਨ ਕੀਤੀ ਆ। ਇਹ ਉਹ ਪਤੀ ਨੂੰ, ਪਰਮੇਸ਼ਰ ਨੂੰ ਪਤੀ ਕਹਿ ਕੇ, ਤੇ ਗੁਰੂਆਂ ਨੇ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਜਾਣ ਕੇ ਉਹਦੇ ਅੱਗੇ ਸ਼ਬਦ ਉਚਾਰਨ ਕੀਤੇ ਨੇ। ਤੇ ਉਹਨਾਂ ਨੂੰ 100 ਮਿਲ ਜਾਂਦਾ, ਤੇ ਉਹਦੀਆਂ ਹੋ ਜਾਂਦੀਆਂ ਨੇ ਸੁਹਾਗਣਾ ਹੋ ਜਾਂਦੀਆਂ ਨੇ। ਤੇ ਅਸੀਂ ਉਹਨਾਂ ਵਿੱਚ ਵਾਂ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਧਰਮ ਦੇ ਕੱਪੜੇ ਪਾ ਲਏ, ਤੇ ਧਰਮ ਹੈ ਹੀ ਕੋਈ ਨਹੀਂ। ਮੈਂ ਕੱਲ੍ਹ ਵੀ ਕਿਹਾ ਸੀ ਕਿ ਸੰਤ ਸਿਪਾਹੀ ਬੰਦੂਕ ਉਹ ਫੜੇ ਜਿਹੜਾ ਸੰਤ ਵਾ, ਕਿਰਪਾਨ ਉਹ ਫੜੇ ਜਿਹੜਾ ਸੰਤ ਵਾ। ਗੁਰੂ ਗੋਬਿੰਦ ਸਿੰਘ ਨੇ ਸੰਤ ਸਿਪਾਹੀ ਬਣਾਇਆ, ਤੇ ਸੰਤ ਸਾਡੇ 'ਚ ਕੋਈ ਰਿਹਾ ਨਹੀਂ, ਤੇ ਸਿਪਾਹੀ ਬਹੁਤ ਹੀ ਬਣ ਗਏ ਹੁਣ, ਜਿੱਥੋਂ ਕਹਾਣੀ ਵਿਗੜ ਗਈ। ਨਹੀਂ 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 ਨਹੀਂ। ਕੱਲ੍ਹ ਵੀ ਕਿਸੇ ਨੇ, ਉਹ ਨਾਮਧਾਰੀ ਸੰਪਰਦਾ ਨੇ ਕੋਈ ਪੋਸਟ ਪਾਈ ਸੀ, ਤੇ ਕਹਿ ਰਹੇ ਸੀ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਮਿਲੀ ਹੋਈ, ਗੁਰਤਾ ਗੱਦੀ ਸਾਡੇ ਕੋਲ ਵਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਾ ਭਾਈ, ਗੁਰਤਾ ਗੱਦੀ ਤੇ ਗੁਰੂ ਗੋਬਿੰਦ ਸਿੰਘ, ਮੈਂ ਲਿਖ ਕੇ ਕਮੈਂਟ ਕੀਤਾ ਸੀ ਵੀ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਨੇ ਜਿੱਦਣ ਅੰਮ੍ਰਿਤ ਛਕਾਇਆ ਵਿਸਾਖੀ ਵਾਲੇ ਦਿਨ, ਗੁਰਤਾ ਗੱਦੀ ਤੇ 5 ਪਿਆਰਿਆਂ ਨੂੰ ਦੇ ਦਿੱਤੀ। ਉਸ ਦਿਨ ਤੇ ਗੁਰੂ ਗੋਬਿੰਦ ਸਿੰਘ ਚੇਲਾ ਬਣ ਗਏ ਤੇ ਪੰਥ ਬਣ ਗਿਆ ਗੁਰੂ। ਉਸ ਤੋਂ ਬਾਅਦ ਆ ਫਿਰ 5 ਪਿਆਰੇ ਹੀ ਮੰਤਰ ਦਿੰਦੇ ਰਹੇ, ਗੁਰਦੀਖਿਆ ਅੱਜ ਤੱਕ ਦਿੰਦੇ ਆ ਰਹੇ ਨੇ। ਤੇ ਉਹਨੇ ਅੱਗੋਂ ਕਮੈਂਟ ਕੀਤਾ, ਨਹੀਂ ਉਦੋਂ ਤੇ ਇਹ ਪੰਥ ਸਾਜਿਆ ਸੀ, ਕਿਰਪਾਨਾਂ ਫੜਾਈਆਂ ਸੀ। ਮੈਂ ਕਿਹਾ ਤੂੰ ਕੋਈ ਕਿਰਪਾਨਾਂ ਕਿਰਪੂਨਾ ਫੜਾਉਣ ਵਾਸਤੇ ਨਹੀਂ ਪੰਥ ਸਾਜਿਆ, 5 ਪਿਆਰੇ ਸਾਜੇ ਸੀ ਮਹਾਰਾਜ ਨੇ। ਅੱਜ ਤੋਂ ਬਾਅਦ ਆ ਮੇਰੇ ਥਾਂ ਤੇ ਇਹ ਖਲੋਣਗੇ 5 ਪਿਆਰੇ, ਇਹ ਅੰਮ੍ਰਿਤ ਛਕਾਇਆ ਕਰਨਗੇ, ਇਹ ਗੁਰੂ ਆ। ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਬਿਧ ਹੋਈਏ ਸ਼ੁਰੂ।
ਤੇ ਮੈਂ ਫਿਰ ਤੁਸੀਂ ਚੱਕਰਾਂ 'ਚ ਪੈ ਗਏ। ਤੇ ਨਾ ਭਾਈ, ਸੁਹਾਗਣ ਉਹੀ ਆ ਜਿਹੜੀ ਸ਼ਬਦ ਦਾ ਜਾਪ ਕਰੂਗੀ। ਸੂਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾਉ। ਤੇ ਤੁਸੀਂ ਮੰਨਦੇ ਹੋ ਬਾਬਿਆਂ ਨੂੰ, ਲੋਕੀ ਮੰਨਦੇ ਆ ਕਬਰਾਂ ਨੂੰ। ਹਾਂਜੀ, ਇੱਦਾਂ ਤਾਂ ਗੱਲ ਨਹੀਂ ਨਾ ਬਣਨੀ। ਫਿਰ ਹਾਂ ਮੰਨੀ ਜਾਓ ਭਾਈ, ਕੋਈ ਇਤਰਾਜ਼ ਨਹੀਂ ਗਾ, ਪਰ ਤੁਹਾਨੂੰ 100 ਮਿਲ ਜਾਵੇ ਇਹ ਨਹੀਂ ਮੰਨਿਆ ਜਾ ਸਕਦਾ। 100 ਉਹਨਾਂ ਨੂੰ ਮਿਲੇਗਾ ਜਿਹੜਾ ਸ਼ਬਦ ਦਾ ਜਾਪ ਕਰੇਗਾ। ਕੱਢ ਕਸੀਦਾ ਪਹਿਰੇ ਚੋਲੀ, ਭਗਤੀ ਰੂਪੀ ਕਸੀਦਾ ਕੱਢ ਕੇ ਜਿਹੜਾ ਸਰੀਰ 'ਤੇ ਚੋਲਾ ਪਾਊਗਾ ਨਾ, ਤਾਂ ਤੁਮ ਜਾਣੂ ਨਾਰੀ, ਤਾਂ ਤੁਸੀਂ ਉਹਦੀਆਂ ਨਾਰੀਆਂ ਬਣ ਸਕਦੀਆਂ ਹੋ। ਨਹੀਂ ਤੇ ਦੁਹਾਗਣਾ 'ਚ ਆ ਜਾਣਾ ਆਪਾਂ ਭਾਈ। ਨਾ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਕਲਯੁਗ ਦਾ ਸਮਾਂ ਭਾਈ, ਗੁਰੂ ਕੀ ਬਾਣੀ ਨਾਲ ਜੁੜ ਕੇ ਰਹੀਏ, ਸੰਗਤ ਨਾਲ ਜੁੜ ਕੇ ਰਹੀਏ, ਤੇ ਇਹ ਗੁਰੂ ਕਿਰਪਾ ਕਰੂਗਾ ਤਾਂ ਹੀ ਸੁਹਾਗਵੰਤੀਆਂ ਹੋ ਸਕਣਾ। ਇੱਧਰ ਉੱਧਰ ਦਾ ਖਿਆਲ ਛੱਡ ਕੇ ਮਹਾਰਾਜ ਕਿਰਪਾ ਕਰਨ ਕੀ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਹਰ ਮੇਰਾ ਪਿਰ ਹੋ ਹਰ ਕੀ ਬੌਰੀਆ, ਮੈਂ ਉਹਦੀ ਵਹੁਟੀ ਆ, ਕਬੀਰ ਨੇ ਸਿੱਧਾ ਹੀ ਕਹਿ ਦਿੱਤਾ। ਹਰ ਮੇਰੋ ਪਿਰ ਹੋ ਹਰ ਕੀ ਬੌਰੀਆ, ਰਾਮ ਵੱਡੇ ਮੈਂ ਤਨਕ ਲਾਹੌਰੀਆ। ਐਡਾ ਵੱਡਾ ਖਸਮ ਮੇਰਾ, ਤੇ ਮੈਂ ਛੋਟੀ ਜਿਹੀ ਉਹਦੀ ਇੱਕ ਪਤਨੀ ਬਣ ਗਈ। ਤੇ ਤਾਂ ਹੀ ਬਣੀ ਆ ਜਦੋਂ ਗੁਰੂ ਨੇ ਕਿਰਪਾ ਕੀਤੀ, ਜਦੋਂ ਭਗਤੀ ਰੂਪੀ ਚੋਲਿਆ ਕੱਢਿਆ, ਖਿਮਾ ਦਾ ਗਹਿਣਾ ਪਾਇਆ। ਖਿਮਾ ਸ਼ਿੰਗਾਰ ਕਾਮਨ ਤਨ ਪਾਵੇ, ਤੋ ਰਾਵੇ ਲਾਲ ਪਿਆਰੇ। ਕੌਣ ਬਣੀਰੀ ਤੇਰੀ ਲਾਲੀ, ਕੌਣ ਰੰਗ ਤੂੰ ਪਈ ਗੁਲਾਲੀ। ਬਸ ਭਗਤੀ, ਅੰਮ੍ਰਿਤ ਵੇਲੇ ਦਾ ਜਾਗਣਾ। ਤੇ ਜਿਉਂ ਜਾ ਕੇ ਫਿਰ ਬੰਦਾ ਭਗਤੀ ਕਰੀ ਜਾਂਦਾ, ਨਾਮ ਜਪੀ ਜਾਂਦਾ। ਕੁਝ ਸਮਾਂ ਆ ਜਾਂਦਾ ਜਦੋਂ ਚਿੱਤ ਇਕਾਗਰ ਹੋ ਜਾਂਦਾ, ਕਿਉਂਕਿ ਸਮਾਂ ਲੱਗਣਾ। ਇਹ ਨਹੀਂ ਵੀ 2 ਸਾਲਾਂ 'ਚ ਤੁਸੀਂ ਬ੍ਰਹਮ ਗਿਆਨੀ ਬਣ ਜਾਓਗੇ। ਤੁਸੀਂ 2 ਗਾਲਾਂ 'ਚ ਉੱਥੋਂ ਤੁਹਾਨੂੰ ਲਿਖ ਕੇ ਦੇ ਦੇਣਗੇ ਵੀ ਤੁਸੀਂ ਜਾਓ ਸੰਤ ਹੋ ਗਏ। ਕੋਈ ਲਿਖਿਆ ਸੰਤ ਨਹੀਂ ਬਣਦਾ ਭਾਈ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਜਦੋਂ ਗੁਰੂ ਦੀ ਨਿਗਾਹ ਪਈ ਰੱਬ ਦੀ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਬੰਦੇ ਨਹੀਂ ਸਾਨੂੰ ਲਿਖ ਕੇ ਦੇ ਸਕਦੇ ਵੀ ਤੁਸੀਂ ਬ੍ਰਹਮ ਗਿਆਨੀ ਹੋ, ਰੱਬ ਕਹੂਗਾ ਵੀ ਤੁਸੀਂ ਬ੍ਰਹਮ ਗਿਆਨੀ ਹੋਗੇ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਪਰ ਇਹ ਧਰਮ ਦੇ ਨਾਂ 'ਤੇ ਲੋਕ ਇਸ ਤਰ੍ਹਾਂ ਦੀਆਂ ਠੱਗੀਆਂ ਚਲਾਉਂਦੇ ਨੇ। ਨਾ ਭਾਈ, ਤੇ ਮਹਾਰਾਜ ਕਿਰਪਾ ਕਰਨ। ਸਾਡਾ ਇਹ ਵਿਸ਼ਾ ਸੀ ਕਿ ਰੱਬ ਦਾ ਰਾਹ ਬੜਾ ਔਖਾ ਹੈ, ਪਰ ਜੇ ਗੁਰੂ ਕਿਰਪਾ ਕਰੇ, ਰਹਿਮਤਾਂ ਕਰੇ, ਨਾਮ ਜਪੀ ਚੱਲੀਏ, ਸੰਗਤ 'ਚ ਬੈਠੇ ਰਹੀਏ। ਬਸ ਸੰਗਤ ਦਾ ਆਸਰਾ ਨਾ ਕੋਈ ਛੱਡੇ ਤੇ ਫੇਰ ਗੱਲ ਬਣ ਜਾਂਦੀ ਆ। ਜਦੋਂ ਸੰਗਤ ਕੋਈ ਛੱਡ ਗਿਆ ਨਾ, ਅੰਮ੍ਰਿਤ ਵੇਲਾ ਛੱਡ ਗਿਆ, ਗੁਰੂ ਜਪਣਾ ਛੱਡ ਗਿਆ, ਤੇ ਮੁੜ ਕੇ ਆਖੇ ਦਿਮਾਗ ਹੀ ਸਭ ਕੁਛ ਆ। ਕੱਲ੍ਹ ਵੀ ਕਹਿ ਰਿਹਾ ਸੀ ਉਹ ਢੱਡਰੀਆਂ ਵਾਲਾ, ਇਹ ਭਗਤ ਰਵਿਦਾਸ ਜੀ ਬੜੇ ਕ੍ਰਾਂਤੀਕਾਰੀ ਹੋਏ। ਉਹਨਾਂ ਨੇ ਪੰਜਾਰੀਆਂ ਨੂੰ ਐਂ ਕਿਹਾ, ਪੰਜਾਰੀਆਂ ਨੂੰ ਓਂ ਕਿਹਾ ਭਗਤ ਰਵਿਦਾਸ ਜੀ ਨੇ। ਤੇ ਮੈਂ ਕਿਹਾ ਉਹਨੇ ਤਾਂ ਕਿਹਾ ਇੱਕ ਗੱਲ ਇਹ ਵੀ ਕਹੀ ਆ, ਰਵਿਦਾਸ ਜਪੇ ਰਾਮ ਨਾਮਾ ਮੋਇ ਜਮ ਸੋ ਨਹੀਂ ਕੰਮ। ਗੱਲ ਤੇ ਨਾਮ ਦੀ ਆ ਭਾਈ। ਜਿਸ ਤਰ੍ਹਾਂ ਮੈਂ ਉਸ ਦਿਨ ਸਾਖੀ ਸੁਣਾਈ ਸੀ ਕਿ ਐਤਵਾਰ, ਭਗਤ ਰਵਿਦਾਸ ਜੀ ਦੀ ਇੱਕ ਜੀਵਨ ਵਿੱਚ ਬੜੀ ਅਹਿਮੀਅਤ ਰੱਖਦੀ ਸਾਖੀ। ਬਨਾਰਸ ਸ਼ਹਿਰ ਦਾ ਨਾ ਰਾਜਾ ਸੇਠ ਨੇ ਮਹਿਮਾ ਸੁਣੀ ਭਗਤ ਰਵਿਦਾਸ ਜੀ ਦੀ, ਤੇ ਅੰਦਰ ਸ਼ਰਧਾ ਕੋਈ ਨਹੀਂ ਸੀ, ਉੱਤੋਂ ਮੱਥਾ ਟੇਕਣ ਆ ਗਿਆ। ਮਹਿਮਾ ਜੋ ਸੁਣੀ ਸੀ ਤੇ ਬਹਿ ਗਿਆ ਲਾਗੇ, ਤੇ ਕਹਿਣ ਲੱਗਾ ਭਗਤ ਜੀ ਸਾਡੇ 'ਤੇ ਕੋਈ ਕਿਰਪਾ ਕਰੋ, ਕੋਈ ਸਾਨੂੰ ਵੀ ਕੋਈ ਨਾਮ ਸਾਡਾ ਵੀ ਚੱਲ ਜੇ ਕੋਈ। ਤੇ ਭਗਤ ਰਵਿਦਾਸ ਜੀ ਦੇ ਲਾਗੇ ਸੀ ਉਹ ਕੁੰਡਾ ਪਿਆ ਜੀ, ਉਹਨੇ ਪਾਣੀ ਰੱਖਿਆ ਸੀ, ਉਹਦੇ 'ਚ ਟੁੱਟੇ ਛਿੱਤਰ ਰੱਖ ਕੇ ਤੇ ਉਹਨੂੰ ਭੇਂ ਕੇ ਤੇ ਮੁੜ ਕੇ ਉਹਨੂੰ ਗੰਢਦੇ ਸੀ। ਉਹ ਜਿਹੜਾ ਕੁੰਡਾ ਸੀ ਉਹ 'ਚ ਪਿਆ ਗੰਦਾ ਪਾਣੀ ਛਿੱਤਰਾਂ ਵਾਲਾ, ਤੇ ਭਗਤ ਰਵਿਦਾਸ ਜੀ ਨੇ ਉਹ 'ਚ ਚੂਲਾ ਭਰਿਆ। ਕਹਿਣ ਲੱਗੇ ਵੀ ਆਹ ਲੈ ਵੀ ਅੰਮ੍ਰਿਤ ਛਕ ਲਾ। ਹੁਣ ਛਿੱਤਰਾਂ ਵਾਲਾ ਪਾਣੀ, ਗੰਦਾ ਪਾਣੀ, ਸ਼ੇਠ ਸ਼ਹਿਰ ਦਾ ਵੱਡਾ ਸੇਠ ਹੋਵੇ ਉਹ ਕਿਵੇਂ ਪੀਵੇ। ਉਹ ਬੜੇ ਦੁਖੀ ਮਨ ਦੇ ਨਾਲ ਭਗਤ ਰਵਿਦਾਸ ਦੇ ਅੱਗੇ ਦਾ ਬੁੱਕ ਕਰਤਾ ਰਾਜੇ ਨੇ, ਤੇ ਉਹਨੇ ਚੂਲੀ ਪਾਤੀ ਉਹਦੇ 'ਚ। ਹੁਣ ਕਿੱਦਾਂ ਗੰਦਾ ਪਾਣੀ ਪੀਵੇ। ਉਹਨੇ ਪੀਤਾ ਨਾ, ਇੱਦਾਂ ਮੂੰਹ ਨੂੰ ਐਂ ਲਾ ਕੇ ਤੇ ਵਗਾ ਤਾ ਚੋਲੇ ਦੇ ਉੱਤੇ, ਆਪਣੇ ਮੂੰਹ 'ਚ ਨਾ, ਅੰਦਰ ਨਾ ਲਗਾਇਆ।
ਬੁੱਲਾਂ ਉੱਤੇ ਪਾ ਕੇ ਤੇ ਡੋਲਤਾ ਠਾਹ ਨੂੰ। ਤੇ ਅੰਦਰੋਂ ਗਾਲਾਂ ਕੱਢੀ ਜਾਂਦਾ ਵੀ ਉਹੋ ਹੀ ਤੇ ਉਹੋ ਹੀ ਰਿਹਾ ਹੈ ਰਵਿਦਾਸ। ਉਹ ਘਰ ਚਲ ਗਿਆ ਰਾਜਾ, ਤੇ ਉਹਦੇ ਘਰ ਵਿੱਚ ਕੰਮ ਕਰਨ ਵਾਲੀ ਗੋਲੀ ਸੀ। ਉਹਨੇ ਕੱਪੜੇ ਲਾਹ ਦੇ ਕੇ ਲਾਹ ਤੇ ਗੰਦੇ ਜੀ ਦਾਗ ਪੈ ਗਿਆ ਚੋਲੇ 'ਤੇ। ਉਹ ਜਦੋਂ ਗੋਲੀ ਦੇ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਨੇ ਵੇਖਿਆ ਵੀ ਇਹਦੇ ਚੋਲੇ 'ਚੋਂ ਸੁਗੰਧੀ ਬੜੀ ਆਉਂਦੀ, ਕੀ ਨੇ ਲਾਇਆ ਚੋਲੇ ਨੂੰ। ਉਹਨੇ ਜਦੋਂ ਜ਼ਬਾਨ ਨਾਲ ਚੱਟਿਆ ਤੇ ਉਹ ਅੰਮ੍ਰਿਤ ਸੀ ਜਿਹੜਾ ਭਗਤ ਰਵਿਦਾਸ ਜੀ ਉਹਨੂੰ ਦੇਣਾ ਚਾਹੁੰਦੇ ਸੀ, ਅਮਰ ਕਰਨਾ ਚਾਹੁੰਦੇ ਸੀ। ਪਰ ਕਰਮੇ ਅੰਮ੍ਰਿਤ ਆਣ ਨਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ। ਹੱਥ ਵਿੱਚ ਪਿਆ ਹੋਇਆ ਅੰਮ੍ਰਿਤ ਨਹੀਂ ਪੀਤਾ ਗਿਆ। ਪਰ ਉਸ ਨੌਕਰਾਣੀ ਨੇ ਜਦੋਂ ਅੰਮ੍ਰਿਤ ਨੂੰ ਚੱਖਿਆ ਤੇ ਉਹਦੀ ਮਸਤਾਨੀ ਬਿਰਤੀ ਬਣ ਗਈ। ਉਹਦੇ ਕਵਾੜ ਖੁੱਲ੍ਹ ਗਏ, ਜਿੱਦਾਂ ਲੈਣੇ ਦੇ ਨਹੀਂ ਖੁੱਲ੍ਹ ਗਏ ਕਰਤਾਰਪੁਰ ਪਹਿਲੇ ਦੇਣੀ। ਇਹ ਗੁਰੂ ਪੀਰ ਦੇ ਕੋਲ ਰਹਿਮਤਾਂ ਹੁੰਦੀਆਂ ਨੇ, ਬਖਸ਼ਾਂ ਹੁੰਦੀਆਂ ਨੇ, ਉਹ ਇਸ ਤਰ੍ਹਾਂ ਵੀ ਕਰ ਦਿੰਦੇ ਨੇ। ਤੇ ਮੁੜ ਕੇ ਉਹ ਰਾਜੇ ਨੂੰ ਪਤਾ ਲੱਗਾ ਵੀ ਸਾਡੇ ਘਰ ਦੀ ਰਾਣੀ ਜਿਹੜੀ ਗੋਲੀ ਸੀ ਨੌਕਰਾਣੀ, ਉਹਦੀ ਵੀ ਮਸਤਾਨੀ ਹਾਲਤ ਹੋ ਗਈ ਤੇ ਮੇਰੇ ਕੋਲ ਅੰਮ੍ਰਿਤ ਪੀਤਾ ਹੀ ਨਹੀਂ ਗਿਆ ਬਿਨਾਂ ਭਾਗਾਂ ਤੋਂ ਭਾਈ। ਇਸ ਕਰਕੇ ਐਵੇਂ ਭਗਤ ਰਵਿਦਾਸ ਜੀ ਉਹ ਬੜੇ ਕ੍ਰਾਂਤੀਕਾਰੀ ਸੀ ਜੀ। ਉਹ ਪੱਗ ਬੰਨ੍ਹ ਸੀ, ਨਵੇਂ ਫਸਾਦ ਖੜੇ ਕਰਨੇ ਰੋਜ਼। ਜੇ ਨਵੀਂ ਪੱਗ ਰੋਜ਼ ਬੰਨ੍ਹਦਾ ਤੇ ਨਵਾਂ ਫਸਾਦ ਵੀ ਖੜਾ ਰੋਜ਼ ਕਰਦਾ। ਨਾ ਭਾਈ, ਸਿੱਖੀ ਵਿੱਚ ਧਰਮ ਵਿੱਚ ਨਾਮ ਦੀ ਮਹਿਮਾ ਹੈ, ਭਗਤੀ ਦੀ ਮਹਿਮਾ ਹੈ। ਭਗਤ ਰਵਿਦਾਸ ਜੀ ਨੇ ਸਿੱਧਾ ਹੀ ਕਿਹਾ ਕਿ ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਿਰ ਨਾਈ, ਸੰਗ ਚਲਤੇ ਹੰਪੀ ਚਲਣਾ ਦੂਰ ਗਮਨ ਸਿਰ ਉੱਪਰ। ਕਿਆ ਤੂੰ ਸੋਇਆ ਜਾਗੇ ਆਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਜਿਨ ਜਿਉ ਦੀ ਆਸੋ ਰਿਜਕ ਅੰਬਰ ਆਵੇ, ਸਭ ਕੱਟ ਪੀਤਰ ਹਾਟ ਚਲਾਵੇ। ਕਰ ਬੰਦਗੀ ਤੋਂ ਬਿਨਾਂ ਕੋਈ ਵੱਡੀ ਕ੍ਰਾਂਤੀ ਨਹੀਂ ਹੈ, ਤੇ ਬੰਦਗੀ ਕੋ ਕਰਦਾ ਨਹੀਂ ਗਾ। ਉਹਦਾ ਗੱਲਾਂ ਨਾਲ ਥੋੜ੍ਹਾ ਕ੍ਰਾਂਤੀਆਂ ਆਉਣੀਆਂ ਭਾਈ। ਇਹ ਭਗਤ ਰਵਿਦਾਸ ਜੀ ਬੜੇ ਕ੍ਰਾਂਤੀਕਾਰੀ ਸਨ, ਤੇ ਉਹਦੇ ਬੰਦਗੀ ਕਰਨ ਬਾਰੇ ਕਹਿ ਰਹੇ ਨੇ। ਕਰ ਬੰਦਗੀ ਛੱਡ ਮੈਂ ਮੇਰਾ, ਹਿਰਦੇ ਰਾਮ ਸੰਭਾਲ ਸਵੇਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਹੀਂ ਦੁਨੀਆ ਫਨ ਖਾਨੇ। ਇਹ ਬੰਦਿਆ ਤੂੰ ਐਸੇ ਫਨਾਈ ਸੰਸਾਰ ਦੇ ਵਿੱਚ ਜਿਹੜਾ ਫਨਾਹ ਹੋ ਜਾਣਾ, ਇਸ ਦੁਨੀਆ ਵਿੱਚ ਫਸ ਕੇ ਤੂੰ ਰੱਬ ਦੀ ਬੰਦਗੀ ਨਹੀਂ ਕਰਦਾ, ਤੂੰ ਰੱਬ ਦਾ ਨਾਮ ਨਹੀਂ ਜਪਦਾ। ਕਹਿ ਰਵਿਦਾਸ ਜੋ ਜਪੇ ਨਾਮ। ਇੱਥੇ ਤਾਂ ਨਾਮ ਦੀ ਮਹਿਮਾ ਭਾਈ। ਜਿਹੜੇ ਨਾਮ ਜਪੀ ਜਾਂਦੇ ਨੇ, ਸੰਗਤ 'ਚ ਬੈਠੀ ਜਾਂਦੇ ਨੇ, ਕਦੀ ਨਾ ਕਦੀ ਨੰਬਰ ਲੱਗ ਜਾਂਦਾ ਹੈ, ਕਦੀ ਨਾ ਕਦੀ ਉਹਨਾਂ ਨੂੰ ਸੁਹਾਗ ਮਿਲ ਹੀ ਜਾਂਦਾ ਭਾਈ। ਤੇ ਆਂਦੇ ਨੇ ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇ ਕੇ। ਆਸ ਰੱਖੀਏ 100 ਨੂੰ ਮਿਲਣ ਦੀ, ਤੇ ਮਿਲ ਵੀ ਪਊਗਾ। ਜੇ ਆਸ ਨਾ ਰੱਖੀ ਤੇ ਫਿਰ 100 ਮਿਲਣਾ ਵੀ ਨਹੀਂ ਗਾ। ਬਾਬਿਆਂ ਬੂਬਿਆਂ ਦਾ ਚੱਕਰ ਛੱਡ ਕੇ ਨਾ ਭਾਈ, ਆ ਜਿਹੜੀ ਕੌਮ ਸਾਡੇ ਕੁਰਾਹੇ ਪੈ ਗਈ ਲੰਗਰਾਂ ਵਾਲੇ ਚੱਕਰ, ਤੇ ਕੌਮ ਦਾ ਬਹੁਤ ਪੈਸਾ ਤੇ ਸਮਾਂ ਬਹੁਤ ਇਹ ਤੇ ਲੋਕੀ ਠੱਗੀਆਂ ਮਾਰਦੇ ਨੇ ਲੰਗਰ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ। ਤੇ ਸਾਨੂੰ ਸਾਵਧਾਨ ਹੋਣਾ ਪੈਣਾ ਭਾਈ। ਚਲੋ ਮੇਲਾ ਵਾ, ਕੋਈ 2 ਦਿਨ ਮਨਾ ਲਓ ਕਿ 10 ਦਿਨ ਪਹਿਲਾਂ ਹੀ ਸੜਕ 'ਤੇ ਚੁੱਲ੍ਹੇ ਪੁੱਟ ਕੇ ਬਹਿ ਜਾਓ। ਗੁਰੂ ਕਾ ਪੁਜਾਰੀ ਸਿੱਖ ਸੀ ਤੇ ਲੰਗਰ ਦਾ ਪੁਜਾਰੀ ਹੋ ਗਿਆ, ਛੱਡ ਕੇ ਦੁਬਾਰਾ ਗੁਰਾਂ ਦਾ ਤੇ ਸੜਕਾਂ 'ਤੇ ਜਾ ਕੇ ਬਹਿ ਗਿਆ। ਉੱਥੇ ਹੀ ਝੰਡੇ ਗੱਡ ਲਏ ਨੇ, ਉੱਥੇ ਸੜਕ ਉੱਤੇ ਇਹਦੀ ਸੰਗਤ ਹੋ ਗਈ ਆ, ਉੱਥੇ ਇਹਦਾ ਝੰਡਾ ਗੱਡਿਆ ਗਿਆ, ਉੱਥੇ ਚੁੱਲ੍ਹਾ ਪੁੱਟ ਲਿਆ ਨੇ, ਤੇ ਗੁਰੂ ਘਰ ਆਉਂਦਾ ਹੀ ਨਹੀਂ ਹੈ। ਸਿੱਖਾਂ ਤੇਰੀ ਜ਼ਿੰਮੇਵਾਰੀ ਬਣਦੀ ਗੁਰਦੁਆਰੇ ਬਹਿਣ ਦੀ, ਤੇਰੀ ਕੋਈ ਜ਼ਿੰਮੇਵਾਰੀ ਨਹੀਂ ਸੜਕ ਉੱਤੇ ਲੰਗਰ ਲਾਉਣ ਦੀ। ਤੈਨੂੰ ਕਿਸੇ ਨੇ ਨਹੀਂ ਸੜਕ ਉੱਤੇ ਕਿਹਾ ਲੰਗਰ ਲਾਉਣ ਲਈ, ਲੋੜ ਹੀ ਨਹੀਂ ਹੈ। ਹਾਂ, ਜਿੱਥੇ ਕੋਈ ਧਰਮ ਸਥਾਨ ਵਾ ਉੱਥੇ ਮੇਲਾ ਉਸ ਸ਼ਹਿਰ 'ਚ ਲਾ ਲਓ, ਉਸ ਗੁਰਦੁਆਰੇ ਜਾ ਕੇ ਲਾ ਲਓ ਕਿ ਮੇਲਾ ਆਨੰਦਪੁਰ ਆ ਤੇ ਲੰਗਰ ਤੁਸੀਂ ਬਿਆਸ ਦਰਿਆ ਦੇ ਕੰਢੇ 'ਤੇ ਲਾ ਕੇ ਬਹਿ ਗਏ। ਇਹ ਕੀ ਹੁੰਦੇ ਆ? ਇਹਨਾਂ ਨੂੰ ਕੌਣ ਸਮਝਾਊ ਭਾਈ? ਮੈਂ ਫੇਰ ਕਹਿ ਦਿਆਂ, ਸਭ ਤੋਂ ਵੱਡਾ ਸਕੂਲ ਪੰਜਾਬ ਦੇ ਵਿੱਚ ਈਸਾਈਆਂ ਦੇ ਨੇ, ਸਿੱਖਾਂ ਦੇ ਨਹੀਂ ਹੈ। ਸਿੱਖ ਕੌਮ ਤੇ ਪੈਸਾ ਬਰਬਾਦ ਕਰ ਰਹੀ ਲੰਗਰਾਂ 'ਤੇ ਤੇ ਮੇਲਿਆਂ 'ਤੇ। ਪੰਜਾਬ ਵਿੱਚ ਸਭ ਤੋਂ ਟੌਪ ਦੀ ਪੜ੍ਹਾਈ ਈਸਾਈ ਸਕੂਲਾਂ 'ਚ ਹੈ। ਉਹ ਸਾਡੇ ਨੂੰ ਲੰਗਰ ਖਾ ਕੇ ਉਹਨਾਂ ਦੀ ਬੁੱਧੀ ਨਹੀਂ ਭ੍ਰਿਸ਼ਟ ਹੋਈ। ਤੇ ਲੁਧਿਆਣੇ ਸ਼ਹਿਰ ਵਿੱਚ ਸਭ ਤੋਂ ਟੌਪ ਦਾ ਹਸਪਤਾਲ ਈਸਾਈਆਂ ਦੇ ਕੋਲ ਵਾ। ਉਹ ਸਾਡੇ ਨੂੰ ਪੈਸਾ ਤੇ ਸਮਾਂ ਸੜਕਾਂ ਉੱਤੇ ਬਰਬਾਦ ਨਹੀਂ ਕਰਦੇ। ਅਸੀਂ ਬਰਬਾਦੀ ਵਾਲੇ ਰਾਹ ਤੁਰ ਗਏ, ਲੰਗਰਾਂ ਵਾਲੇ ਰਾਹ। ਇਹ ਕੋਈ ਪ੍ਰਾਪਤੀ ਨਹੀਂ ਹੈ, ਇਹ ਕੋਈ ਧਰਮ ਦਾ ਪ੍ਰਚਾਰ ਨਹੀਂ ਹੈ ਸੜਕ ਉੱਤੇ ਲੰਗਰ ਲਾਉਣਾ। ਇਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦੇ ਬਾਰੇ ਸਟੈਂਡ ਲੈਣਾ ਚਾਹੀਦਾ
ਵੀ ਕੋਈ ਵੀ ਸੜਕ ਉੱਤੇ ਲੰਗਰ ਨਹੀਂ ਲੱਗਣਾ ਚਾਹੀਦਾ, ਗੁਰਦੁਆਰੇ ਬੈਠੋ। ਗੁਰਦੁਆਰੇ ਕਾਹਦੇ ਲਈ ਬਣਾਏ ਨੇ? ਜੇ ਤੁਸੀਂ ਸੜਕਾਂ 'ਤੇ ਬਹਿਣਾ ਤੇ ਏਡੀਆਂ ਵੱਡੀਆਂ 5-3 ਮੰਜ਼ਲਾਂ ਬਿਲਡਿੰਗਾਂ ਗੁਰਦੁਆਰੇ ਦੇ ਕਾਹਦੇ ਲਈ ਬਣਾ ਕੇ ਬਹਿ ਗਏ ਤੁਸੀਂ? ਸੜਕਾਂ 'ਤੇ ਲੰਗਰ ਲਾਉਣੇ ਤੁਸੀਂ, ਸੜਕਾਂ 'ਤੇ ਝੰਡੇ ਲੈ ਕੇ ਤੁਰਨਾ। ਤੇ ਆਸਾ ਦੀ ਵਾਰ ਕੌਣ ਲਾਊਗਾ? ਆਸਾ ਦੀ ਵਾਰ 'ਚ ਗੁਰਦੁਆਰੇ ਕਿੰਨੇ ਕੁ ਬੈਠੇ ਹੁੰਦੇ ਨੇ? ਰਹਿ ਰਾਸ ਦੇ ਟਾਈਮ ਕਿੰਨੇ ਕੁ ਬੈਠੇ ਹੁੰਦੇ ਨੇ ਗੁਰਦੁਆਰੇ? ਕਿਉਂ ਨਹੀਂ ਬਹਿੰਦੇ? ਚੁੱਲ੍ਹੇ 'ਚ ਪੁੱਟ ਗਈ ਸੜਕਾਂ 'ਤੇ। ਸੜਕਾਂ 'ਤੇ ਸਾਡੀ ਸੇਵਾ ਹੋ ਗਈ, ਸੜਕਾਂ 'ਤੇ ਸਾਡੀ ਸੰਗਤ ਹੋ ਗਈ, ਉੱਥੇ ਸਾਡਾ ਝੰਡਾ ਹੋ ਗਿਆ। ਨਾ ਭਾਈ, ਇਹ ਫੋਕਟ ਕਰਮ ਤੋਂ ਬਚ ਕੇ ਤੇ ਰੱਬ ਦਾ ਨਾਮ ਜਪੀਏ, ਸੰਗਤ 'ਚ ਬਹੀਏ। ਇਹਨਾਂ ਕਹਿੰਦਾ ਦਾਸ ਖੇਮਾ ਦਾ ਜਾਚਕ ਹੈ ਤੇ ਸਹਿ ਕੀ ਸਾਰ ਸੁਹਾਗਣ ਜਾਣੇ, ਤਜ ਮਾਣ ਸੁਖ ਰਲੀਆਂ ਮਾਣੇ। ਮਾਰ ਕਹਿੰਦੇ ਜਿਹੜੇ ਫਿਰ ਸੁਹਾਗਣਾ ਹੋ ਜਾਂਦੀਆਂ ਨੇ, ਆਨੰਦ ਮਾਣਦੀਆਂ ਨੇ, ਤੇ ਦੁਹਾਗਣੀਆਂ ਜਿਹੜੀਆਂ ਉਹ ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ, ਇਹ ਤਰਲੋਕ ਤੇ ਪਰਲੋਕ ਦੋਵਾਂ 'ਚ ਦੁੱਖ ਪਾਉਂਦੇ ਨੇ। ਜਿਹੜਾ ਰੱਬ ਦਾ ਨਾਮ ਨਹੀਂ ਜਪਦੇ, ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਤੇ ਇਹਨਾਂ ਕਹਿੰਦਾ ਦਾਸ ਖੇਮਾ ਜਾਚਕ ਹੈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।